ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਮਨਪ੍ਰੀਤ ਰੰਧਾਵਾ। ਮਨਪ੍ਰੀਤ ਜੀ, ਜੀ ਆਇਆਂ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ। ਮਨਪ੍ਰੀਤ ਜੀ, ਦੁਨੀਆ ਦੇ ਇਤਿਹਾਸ ਵਿੱਚ ਜੰਗਾਂ ਦੇ ਬਾਅਦ ਬਰਬਾਦੀਆਂ ਦੇ ਉੱਤੇ ਚੜ ਕੇ ਜਿੱਤ ਦੇ ਜਸ਼ਨ ਮਨਾਉਣੇ ਇਹ ਸੁਭਾਵਿਕ ਵਰਤਾਰਾ ਹੈ। ਜਿਹੜੇ ਆਖਦੇ ਨੇ ਕਿ 700 ਕਿਸਾਨਾਂ ਦੀ ਮੌਤ ਹੋ ਗਈ, ਇਹ ਅਫਸੋਸਨਾਕ ਹੈ, ਨਹੀਂ ਸੀ ਵਾਪਰਨਾ ਚਾਹੀਦਾ। ਪਰ ਜਿੱਤਣ ਤੋਂ ਬਾਅਦ ਜਿੱਤ ਦੇ ਜਸ਼ਨ ਰੋਕਣੇ ਮੈਨੂੰ ਨਹੀਂ ਲੱਗਦਾ ਕਦੇ ਵੀ ਜਾਇਜ਼ ਹੁੰਦੇ ਆ। ਜੰਗਾਂ 'ਚ ਐਂ ਵਾਪਰਦਾ ਹੀ ਆ। ਪੰਜਾਬ ਔਰ ਦੇਸ਼ ਦੇ ਕਿਸਾਨ ਇਸ ਜੰਗ ਤੋਂ ਬਾਅਦ ਜਸ਼ਨ 'ਚ ਨੇ ਔਰ ਮਾਹੌਲ ਅਸੀਂ ਸਾਰੇ ਬਾਰਡਰਸ ਦੇ ਉੱਤੇ ਭੰਗੜੇ ਦਾ ਦੇਖਿਆ। ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦਾ ਹੈ। ਹੁਣ ਇਹਦੇ ਅੱਗੇ ਪਿੱਛੇ ਦੀਆਂ ਘਟਨਾਵਾਂ ਤੇ ਚਰਚਾ ਸ਼ੁਰੂ ਹੋ ਗਈ ਆ, ਡਿਬੇਟ ਹੈ। ਸਵਾਲ ਸਭ ਤੋਂ ਅਹਿਮ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹਦਾ ਕ੍ਰੈਡਿਟ ਕਿਸੇ ਨੂੰ ਵੀ ਦੇਣ ਦੀ ਬਜਾਏ ਆਪ ਅਨਾਉਂਸਮੈਂਟ ਕਰਨੀ ਵਾਜਬ ਸਮਝੀ। ਉਹ ਕਿਸੇ ਗੱਲਬਾਤ ਤੋਂ ਬਾਅਦ ਕਿਸੇ ਸਿੱਟੇ ਤੇ ਪਹੁੰਚ ਕੇ ਕਿਸਾਨਾਂ ਨੂੰ ਜਿੱਤ ਦਾ ਨਹੀਂ ਸੀ ਦੱਸਣਾ ਚਾਹੁੰਦੇ। ਦੂਜਾ ਪਹਿਲੂ ਕਿ ਕੀ ਦੇਸ਼ ਦੇ ਪ੍ਰਧਾਨ ਮੰਤਰੀ ਬਾਹਰੀ ਖਤਰਿਆਂ, ਜਿਵੇਂ ਅੱਜ ਇੱਕ ਵੱਡੀ ਸਟੇਟਮੈਂਟ ਹੈ ਕਿ ਸਾਡੇ ਚੀਨ ਨਾਲ ਰਿਸ਼ਤਿਆਂ 'ਚ ਸਾਡੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਕਹਿ ਰਹੇ ਨੇ, ਸੋ ਕੀ ਬਾਹਰੀ ਦਬਾਵਾਂ ਦੇ ਚੱਲਦਿਆਂ ਅੰਦਰਲੇ ਮਾਮਲੇ ਸੁਲਝਾਉਣ ਲਈ ਇਹ ਇੱਕ ਸਟੀਕ ਕਦਮ ਹੈ ਔਰ ਉਹਦੇ 'ਚ ਇੱਕ ਘੱਟ ਗਿਣਤੀ ਨੂੰ ਫੋਕਸ ਵਿੱਚ ਰੱਖਿਆ ਗਿਆ? ਕੀ ਇਹਨੂੰ ਇੱਕ ਸਿੱਖ ਮਸਲੇ ਵਜੋਂ ਤਸੱਵਰ ਕੀਤਾ ਗਿਆ? ਤੀਜਾ ਅਹਿਮ ਸਵਾਲ ਆ ਕਿ ਕਾਂਗਰਸ ਵਰਗੀ ਤੇ ਬਾਕੀ ਜਿੰਨੀਆਂ ਵੀ ਪ੍ਰਧਾਨ ਮੰਤਰੀ ਦੇ ਵਿਰੋਧ 'ਚ ਖੜੀਆਂ ਪਾਰਟੀਆਂ, ਉਹਨਾਂ ਦੇ ਵਜੂਦ ਸਿਆਸੀ ਤੌਰ ਤੇ ਵੱਡੇ ਨਹੀਂ ਸੀ। ਕਿਸਾਨੀ ਅੰਦੋਲਨ ਇੱਕ ਵਿਰੋਧ ਦਾ ਸਭ ਤੋਂ ਵੱਡਾ ਸੂਚਕ ਬਣ ਗਿਆ ਸੀ ਤੇ ਪ੍ਰਧਾਨ ਮੰਤਰੀ ਦੇ ਗਲੇ ਦੀ ਹੱਡੀ ਸੀ, ਭਾਵੇਂ ਉਹ ਵਿਦੇਸ਼ ਹੋਣ ਦੇਸ਼ ਹੋਣ, ਹਰ ਜਗ੍ਹਾ ਕਿਰਕਰੀ ਸੀ ਕਿ ਇਸ ਮਾਮਲੇ ਨੂੰ ਨਜਿੱਠਣ ਦਾ ਇਹ ਤਰੀਕਾ ਲੱਭਿਆ ਗਿਆ। ਤੇ ਇਸ ਤੋਂ ਅਗਲੀ ਗੱਲ ਕਿ ਹੁਣ ਇਹਦੇ ਅਸਰ ਕੀ ਹੋਣ ਵਾਲੇ ਆ ਕਿ ਅਸੀਂ ਭਾਰਤ ਦੀ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਕੇਸ ਲੱਗੇ ਹੋਇਆ, ਇਸ ਕਾਨੂੰਨ ਦੇ ਸੰਵਿਧਾਨਕ ਹੋਣ ਦਾ ਕੇਂਦਰ ਵੱਲੋਂ ਬਣਾ ਸਕਣ ਦੀ ਜਿਹੜੀ ਸਮਰੱਥਾ ਸੀ, ਉਹਦੇ ਉੱਤੇ ਵੀ ਸਵਾਲ, ਅਜੇ ਬਹੁਤ ਸਾਰੇ ਜਿਹੜੇ ਸੰਵਿਧਾਨਕ ਸਵਾਲ ਪਿੱਛੇ ਨੇ ਕਿ ਕੇਂਦਰ ਕੀ ਖੇਤੀ ਨਾਲ ਸੰਬੰਧਿਤ ਹੈ ਕਾਨੂੰਨ ਬਣਾ ਸਕਦਾ। ਫਿਰ ਇੰਨੀ ਲੰਬੀ ਲੜਾਈ। ਇੱਕ ਹੋਰ ਗੱਲ ਕਿ ਪੰਜਾਬ ਤੇ ਪੰਜਾਬ ਦੇ ਕਿਸਾਨ ਸਦੀ ਦੇ ਵਿੱਚ ਇਹ ਇੱਕ ਵਾਰੀ ਫੇਰ ਮੇਰੇ ਖਿਆਲ ਚੌਥੀ ਜਾਂ ਪੰਜਵੀਂ ਵਾਰ ਜਿੱਤ ਦਾ ਪਰਚਮ ਲਹਿਰਾ ਕੇ ਮੁੜੇ ਨੇ। ਪੰਜਾਬ ਦੀ ਆਪਣੀ ਜਿਹੜੀ ਆਭਾ ਤੇ ਆਪਣੀ ਅਣਖ ਆ, ਉਹਦਾ ਵੀ ਇਹ ਸੂਚਕ ਰਿਹਾ। ਮੈਂ ਥੋੜੀ ਗੱਲ ਲੰਬੀ ਕਰ ਆਇਆ, ਲੇਕਿਨ ਮਨਪ੍ਰੀਤ ਜੀ, ਅਹਿਮ ਸਵਾਲ ਆ ਕਿ ਅੱਜ ਅਸੀਂ ਮੁੜ ਕੇ ਸੰਵਾਦ ਵਿੱਚ, ਡਾਇਲੌਗ ਦੇ ਵਿੱਚ ਸਿਰ ਜੋੜ ਕੇ ਬੈਠਣ ਦੀ ਪ੍ਰਕਿਰਿਆ 'ਚ ਆ। ਕਿਸਾਨ ਜਥੇਬੰਦੀਆਂ ਦੇ ਵੱਡੇ ਆਗੂ ਆਖਦੇ ਰਹੇ ਨੇ ਕਿ ਇਹ ਜਿੱਤ ਤੋਂ ਬਾਅਦ ਰੱਦ ਕਰਾ ਕੇ ਕਾਨੂੰਨ ਅਸੀਂ ਸਿਆਸਤ ਬਾਰੇ ਸੋਚਾਂਗੇ। ਹੁਣ ਰੱਦ ਹੋ ਗਿਆ ਕਾਨੂੰਨ ਕਿਉਂਕਿ ਪ੍ਰਧਾਨ ਮੰਤਰੀ ਸ਼ਬਦ ਵਾਪਸ ਨਹੀਂ ਲੈਣਗੇ। ਪਾਰਲੀਮੈਂਟ ਦੇ ਵਿੱਚ ਕੁਦਰਤੀ ਤੌਰ ਤੇ ਪ੍ਰਕਿਰਿਆ ਸਿਰੇ ਚੜ ਜਾਣੀ ਆ ਤੇ ਐਮਐਸਪੀ ਤੇ ਬਾਕੀ ਮਸਲੇ ਜਿਹੜੇ ਗੱਲਬਾਤ ਦੇ ਵਿੱਚ ਅੱਗੇ ਵਧਣੇ ਆ। ਕਿਸਾਨ ਜਥੇਬੰਦੀਆਂ ਦੇ ਆਗੂ ਕੀ ਆਪਣੀਆਂ ਸਟੇਟਮੈਂਟਸ ਤੇ ਆਪਣੇ ਪ੍ਰੋਮਿਸਸ ਦੇ ਅਨੁਸਾਰ ਪੰਜਾਬ ਦੀ ਪੋਲਿਟਿਕਸ ਵਿੱਚ ਉਤਰਨਗੇ? ਜੇ ਉਤਰਨਗੇ ਤੇ ਉਹ ਸਿਆਸੀ ਧਿਰਾਂ ਵੱਲੋਂ ਉਤਰਨਗੇ ਜਾਂ ਪਾਰਟੀ ਬਣਾਉਣਗੇ? ਪੰਜਾਬ ਦੀ ਸਿਆਸਤ ਨੂੰ ਮੁੜ ਕੇ ਨਵੇਂ ਸਿਰਿਓਂ ਲਿਖਣ ਲਈ, ਪ੍ਰਭਾਵਿਤ ਕਰਨ ਲਈ, ਪਰਿਭਾਸ਼ਿਤ ਕਰਨ ਲਈ ਕਿਸਾਨ ਆਪਣੇ ਉਸ ਜਲੌ ਨੂੰ ਮੁੜ ਕੇ ਪ੍ਰਜਵਲਿਤ ਕਰ ਸਕਣਗੇ ਜਿਹੜਾ ਉਹਨਾਂ ਨੇ ਬਾਰਡਰਸ ਤੇ ਦਿਖਾਇਆ? ਇਹ ਸਵਾਲ ਆ। ਹੁਣ ਮੈਂ ਕਾਹਲੀ ਦੇ ਵਿੱਚ ਦੋ ਤਿੰਨ ਸਵਾਲ ਅੱਗੇ ਖੜੇ ਕਰ ਦਿੰਦਾ। ਜਿਹੜੀਆਂ ਅਸੀਂ ਖਬਰਾਂ ਲੈਣੀਆਂ ਉਹਨਾਂ 'ਚ ਪੰਜਾਬ ਦੇ ਐਡਵੋਕੇਟ ਜਨਰਲ ਦੀ ਨਿਯੁਕਤੀ ਆ। ਪਟਵਾਲੀਆ ਸਾਹਿਬ ਜਸਟਿਸ ਕੁਲਦੀਪ ਸਿੰਘ ਦੇ ਸਪੁੱਤਰ ਉਹ ਬਣ ਗਏ ਨੇ। ਪਰਿਵਾਰ ਬੜਾ ਵੱਡਾ ਹੈ ਪਰ ਹੁਣ ਇੱਥੇ ਮਸਲੇ ਵੀ ਬਹੁਤ ਵੱਡੇ ਆ। ਇਸ ਤੋਂ ਅਗਲੀ ਗੱਲ ਕਿ ਸਾਰੀਆਂ ਸਿਆਸੀ ਪਾਰਟੀਆਂ ਬੜੀ ਸੰਕੋਚ ਨਾਲ ਆਪਣੀ ਗੱਲ ਕਹਿ ਰਹੀਆਂ ਨੇ। ਕਾਂਗਰਸ ਨੂੰ ਹੁਣ ਆਪਣੇ ਨਵੇਂ ਪੈਂਤੜੇ ਇਖਤਿਆਰ ਕਰਨੇ ਪੈਣਗੇ। ਅਕਾਲੀਆਂ ਨੂੰ ਰਾਹ ਰਸਤੇ ਮਿਲ ਗਿਆ ਫੀਲਡ 'ਚ ਜਾਣ ਦੇ, ਪਰ ਉਹਨਾਂ ਲਈ ਵੀ ਅੱਗੇ ਮੁਸ਼ਕਲ ਖੜੀ ਹੋ ਗਈ ਆ। ਹੁਣ ਉਹ ਭਾਜਪਾ ਨਾਲ ਜਾਣ, ਭਾਜਪਾ ਹਾਂ ਕਰਦੀ ਹੈ ਕਿ ਨਹੀਂ, ਇਹ ਬਹੁਤ ਵੱਡੇ ਸਵਾਲ ਆ। ਆਮ ਆਦਮੀ ਪਾਰਟੀ ਲਈ ਸਿਰਫ ਹੁਣ ਦਿੱਲੀ ਦਾ ਮਾਡਲ ਹੀ ਦਿਖਾਉਣ ਲਈ ਰਹਿ ਗਿਆ। ਵਿਰੋਧ ਕਰਨ ਵਾਲੀ ਗੱਲ ਉਹਨਾਂ ਲਈ ਵੀ ਭਾਜਪਾ ਤੇ ਅਕਾਲੀਆਂ ਦਾ ਇੱਕ ਤਰ੍ਹਾਂ ਨਾਲ ਮੁੱਦਾ ਖੁੱਸ ਗਿਆ। ਤੇ ਮੈਂ ਮੁੜ ਕੇ ਵਾਪਸ ਆਵਾਂ, ਕੱਲ ਜੋ ਅਚਨਚੇਤ ਵਾਪਰਿਆ ਉਹਦੇ ਤੇ ਤੁਹਾਡੀ ਪਹਿਲੀ ਟਿੱਪਣੀ, ਤੇ ਫਿਰ ਮੈਨੂੰ ਪ੍ਰਧਾਨ ਮੰਤਰੀ ਦੀਆਂ ਮਜਬੂਰੀਆਂ, ਮੁਸ਼ਕਲਾਂ, ਕਿਸਾਨਾਂ ਦੇ ਦ੍ਰਿੜ ਜਜ਼ਬੇ ਦੀ ਜਿੱਤ ਤੇ ਇਹਦੀ ਪਰਿਭਾਸ਼ਾ ਤੇ ਇਹਨੂੰ ਪ੍ਰਭਾਸ਼ਿਤ ਕਿਵੇਂ ਕਰੀਏ? ਰੰਧਾਵਾ ਜੀ ਦੇਖੋ, ਕੱਲ ਜਦੋਂ ਅਚਨਚੇਤ ਇਹ ਆਉਂਦਾ ਤੇ ਉਸ ਮੌਕੇ ਆਉਂਦਾ ਜਦੋਂ ਅਸੀਂ ਸਾਰੀ ਦੁਨੀਆ, ਸਾਰੀ ਸੰਗਤ, ਸ਼ਰਧਾਲੂ
ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 552ਵਾਂ ਜਨਮ ਦਿਹਾੜਾ ਮਨਾ ਰਹੇ ਸੀ ਤੇ ਥੋੜੇ ਦਿਨ ਪਹਿਲਾਂ ਹੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਸੀ। ਦੇਖੋ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਜਦੋਂ ਤੋਂ ਸੰਨ 2020 ਦੇ ਵਿੱਚ ਆਰਡੀਨੈਂਸ ਦੇ ਰੂਪ ਦੇ ਵਿੱਚ ਇਹ ਕਾਨੂੰਨ ਲੈ ਕੇ ਆਂਦੇ ਤੇ ਬਾਅਦ ਦੇ ਵਿੱਚ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਜਾ ਕੇ ਇਹ ਕਾਨੂੰਨੀ ਜਾਮਾ ਇਹਨਾਂ ਨੂੰ ਉਹ ਪਹਿਨਾਉਂਦੇ ਆ। ਅੱਜ ਵੀ ਜਿਹੜਾ ਇੱਕ ਟਰਸਟ ਡੈਫਿਸਿਟ ਆ ਕਿਸਾਨਾਂ ਵੱਲੋਂ, ਜਿਹੜੇ ਲਗਭਗ 11 ਮਹੀਨੇ ਤੋਂ ਇੱਕ ਹਫ਼ਤੇ ਦਾ ਸਮਾਂ ਰਹਿ ਗਿਆ ਸੀ ਜਦੋਂ 1 ਸਾਲ ਹੋ ਗਿਆ, ਅੱਜ ਵੀ ਅੰਦੋਲਨ ਜਾਰੀ ਆ। ਪਹਿਲੀ ਗੱਲ ਤਾਂ ਇਹ ਸਪਸ਼ਟ ਕਰ ਦਈਏ, ਅੰਦੋਲਨ ਹਜੇ ਖਤਮ ਨਹੀਂ ਹੋਇਆ। 359ਵਾਂ ਦਿਨ ਰੰਧਾਵਾ ਜੀ ਅੱਜ। ਤੁਸੀਂ ਇੱਕ ਚੀਜ਼ ਦੇਖੋ ਕਿ ਕਿਸਾਨ ਕਹਿੰਦੇ ਆ, ਕੱਲ ਜਦੋਂ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੁੰਦੀ ਆ, ਉਹ ਕਹਿੰਦੇ ਕਿ ਜਿਸ ਤਰ੍ਹਾਂ ਤੁਸੀਂ ਆਰਡੀਨੈਂਸ ਉਦੋਂ ਲੈ ਕੇ ਆਏ ਸੀ ਤੇ ਹੁਣ ਵੀ ਆਰਡੀਨੈਂਸ ਤੇ ਆਇਆ ਜਾ ਸਕਦਾ ਸੀ। ਇਹੀ ਕਾਨੂੰਨ ਤੁਸੀਂ ਆਰਡੀਨੈਂਸ ਲੈ ਕੇ ਰੱਦ ਕਰਦੇ ਤੇ ਫਿਰ ਗੱਲ ਕਰਦੇ ਤੇ ਫਿਰ MSP ਦੀ ਵੀ ਗੱਲ ਕਰ ਲੈਂਦੇ, ਤੇ ਜਿਹੜੀ ਬਿਜਲੀ ਸੰਸ਼ੋਧਨ ਬਿੱਲ ਆ ਜਿਹਨੂੰ ਅਸੀਂ ਇਲੈਕਟ੍ਰਿਸਿਟੀ ਅਮੈਂਡਮੈਂਟ ਐਕਟ ਕਹਿੰਦੇ ਆ ਸੰਨ 2020 ਦਾ, ਤੇ ਆਰਡੀਨੈਂਸ ਬਿੱਲ ਜਿਹੜਾ ਆਇਆ ਹੈਗਾ ਆਰਡੀਨੈਂਸ ਪਰਾਲੀ ਤੇ ਸਟਬਲ ਬਰਨਿੰਗ ਤੇ, ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰ ਲੈਂਦੇ। MSP ਇੱਕ ਇਹੋ ਜਿਹੀ ਆ ਜਿਹਨੂੰ ਕਾਨੂੰਨੀ ਗਾਰੰਟੀ ਦੀ ਲੋੜ ਆ, ਕਿਉਂਕਿ ਜੇ ਕਿਸਾਨਾਂ ਦੀ ਜਿਹੜੀ ਲਾਗਤ ਆ ਉਹ ਇੱਕ ਬਹੁਤ ਅਹਿਮ ਮਸਲਾ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਆ ਕਿ ਸੰਨ 2022 ਤੱਕ ਆਪਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਣੀ ਹੈ, ਜਦੋਂ ਦੁੱਗਣੀ ਕਰ ਦੇਣੀ ਹੈ ਤੇ ਉਹਦੇ ਲਈ ਕੋਈ ਰੋਡ ਮੈਪ ਹਜੇ ਤੱਕ ਸਾਡੇ ਕੋਲ ਸਾਹਮਣੇ ਨਹੀਂ ਆਇਆ, ਤੇ ਫਿਰ ਕਿਸਾਨਾਂ ਦੇ ਜਿਹੜੇ ਖਰਚੇ ਆ ਉਹ ਪੈਦਾ ਹੁੰਦੇ ਆ। ਗੱਲ ਉੱਥੇ ਆ ਜਾਂਦੀ ਆ। ਹੁਣ ਥੋੜੇ ਦਿਨ ਪਹਿਲਾਂ ਤੁਸੀਂ ਦੇਖੋ ਰੰਧਾਵਾ ਜੀ, ਇੱਕ ਗੱਲ ਤੁਹਾਨੂੰ ਹੋਰ ਪਤਾ ਹੋਣੀ ਆ, ਇੱਕ ਆਰਡੀਨੈਂਸ ਲੈ ਕੇ ਆਂਦਾ ਗਿਆ ਸੀ ਜਿਹਦੇ ਚ ED ਦੇ ਡਾਇਰੈਕਟਰ, CBI ਦੇ ਡਾਇਰੈਕਟਰ ਜਾਂ ਤਮਾਮ ਜਿਹੜੀਆਂ ਸੈਂਟਰਲ ਏਜੰਸੀਜ਼ ਦੇ ਡਾਇਰੈਕਟਰਸ, ਉਹਨਾਂ ਦੀ ਟਰਮ 2 ਸਾਲ ਤੋਂ ਵਧਾ ਕੇ 5 ਸਾਲ ਕਰ ਦਿੱਤੀ ਗਈ। ਉਦੋਂ ਵੀ ਆਪੋਜੀਸ਼ਨ ਨੇ ਰੌਲਾ ਪਾਇਆ ਸੀ ਕਿ ਭਾਈ 29 ਤਰੀਕ ਨੂੰ 29 ਨਵੰਬਰ ਨੂੰ ਨਵਾਂ ਸਾਡਾ ਜਿਹੜਾ ਵਿੰਟਰ ਸੈਸ਼ਨ ਆ ਪਾਰਲੀਮੈਂਟ ਦਾ ਸ਼ੁਰੂ ਹੋਣ ਵਾਲਾ, ਇੰਨੀ ਕਾਹਲ ਕਾਹਦੀ ਆ? ਇਸੇ ਤਰ੍ਹਾਂ ਹੁਣ ਕਿਸਾਨ ਵੀ ਇਹਨਾਂ ਤੋਂ ਸਵਾਲ ਪੁੱਛਦੇ ਨੇ। ਉਹ ਕਹਿੰਦੇ ਕਿ ਇਸੇ ਤਰ੍ਹਾਂ ਤੁਸੀਂ ਆਰਡੀਨੈਂਸ ਲੈ ਕੇ ਆਉਂਦੇ। ਹੁਣ ਮੈਂ ਟਰਸਟ ਡੈਫਿਸਿਟ ਦੀ ਗੱਲ ਕਰਦਾ, ਜਿਹੜਾ ਭਰੋਸਾ ਨਹੀਂ ਪੈਦਾ ਹੋਇਆ, ਕਿਉਂਕਿ ਬਾਰ-ਬਾਰ ਤੁਸੀਂ ਇੱਕ ਗੱਲ ਦੇਖੋ, 22 ਜਨਵਰੀ ਦੀ ਜਿਹੜੀ ਗੱਲ ਟੁੱਟੀ ਹੋਈ ਆ 11 ਦੌਰ ਦੀ ਗੱਲਬਾਤ ਤੋਂ ਬਾਅਦ, ਬਹੁਤ ਵਾਰੀ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਆਓ ਮੈਂ ਗੱਲ ਕਰਨ ਲਈ ਤਿਆਰ ਆ, ਮੈਂ ਟੈਲੀਫੋਨ ਰਾਹੀਂ ਦੂਰ ਆ, ਤੁਸੀਂ ਜਦੋਂ ਮਰਜ਼ੀ ਮੈਨੂੰ ਟੈਲੀਫੋਨ ਕਰ ਲਓ, ਲੇਕਿਨ ਗੱਲਬਾਤ ਦਾ ਕਦੇ ਵੀ ਉਹ ਦੌਰ ਦੁਬਾਰਾ ਜਿਹੜਾ ਉਹ ਸ਼ੁਰੂਆਤ ਉਸ ਚੀਜ਼ ਦੀ ਨਹੀਂ ਹੋਈ। ਇਸੇ ਕਰਕੇ ਕਿਸਾਨ ਖੁਸ਼ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਇੱਥੇ ਜਿਹੜੀ ਜੰਗ ਸੀ ਉਹ ਆਪਣੇ ਹੀ ਪ੍ਰਧਾਨ ਮੰਤਰੀ ਨਾਲ ਸੀ, ਕਿਸੇ ਦੂਸਰੇ ਨਾਲ ਸੀ। ਜੇ ਸਾਡੀ ਆਜ਼ਾਦੀ ਦੀ ਲੜਾਈ ਸੀ ਤੇ ਸਾਡੀ ਬ੍ਰਿਟਿਸ਼ਰਸ ਨਾਲ ਲੜਾਈ ਸੀ। ਜੇ ਜੰਗਾਂ ਹੁੰਦੀਆਂ ਤੇ ਆਪਸ ਚ ਕਈ ਵਾਰੀ ਦੋ ਮੁਲਕਾਂ ਦੀਆਂ ਹੁੰਦੀਆਂ, ਤੇ ਸਾਡੇ ਆਪਣੇ ਹੀ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਹਿੱਤ ਚ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹ ਕਾਨੂੰਨ ਲੈ ਕੇ ਆਏ ਤੇ ਉਹਨਾਂ ਦੀ ਅਸੀਂ ਬਿਹਤਰੀ ਚਾਹੁੰਦੇ ਹਾਂ। ਇਹੀ ਚੀਜ਼ ਆ। ਅੱਜ 19 ਨਵੰਬਰ ਤੱਕ ਸੰਯੁਕਤ ਕਿਸਾਨ ਮੋਰਚੇ ਦਾ ਆਪਣਾ ਅੰਕੜਾ ਕਿ 670 ਕਿਸਾਨਾਂ ਦੀ ਮੌਤ ਹੋ ਗਈ ਆ। ਤੁਸੀਂ ਬੜੀ ਗੱਲ ਇਹ ਵਾਜਬ ਕਹੀ ਆ, ਜਿਹੜੇ ਆਜ਼ਾਦੀ ਦੇ ਘੋਲ ਹੁੰਦੇ ਆ, ਕੋਈ ਵੀ ਸੰਘਰਸ਼ ਹੁੰਦੇ ਆ, ਕੋਈ ਅੰਦੋਲਨ ਹੁੰਦੇ ਆ, ਉਹ ਚ ਬਹੁਤ ਸਾਰੀਆਂ ਕੁਰਬਾਨੀਆਂ ਲੋਕਾਂ ਨੂੰ ਦੇਣੀਆਂ ਪੈਂਦੀਆਂ। ਤੇ ਮੈਨੂੰ ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਇੱਕ ਬਹੁਤ ਵੱਡੇ ਵਕੀਲ ਹੈ, ਮੈਂ ਨਾਮ ਨਹੀਂ ਉਹਨਾਂ ਦਾ ਲੈਣਾ ਚਾਹੂੰਗਾ, ਉਹ ਮੈਨੂੰ ਕਹਿੰਦੇ ਮਨਪ੍ਰੀਤ ਇਹ ਅੰਦੋਲਨ ਵੱਡਾ ਲੰਬਾ ਚੱਲਣ ਦੀ ਲੋੜ ਆ, ਤਾਂ ਕਿ ਇਸ ਅੰਦੋਲਨ ਨਾਲ ਬਹੁਤ ਸਾਰੇ ਅਸੀਂ ਹੋਰ ਚੀਜ਼ਾਂ ਜਿਹੜੀਆਂ ਸਾਡੀ ਡੈਮੋਕ੍ਰੇਸੀ ਹੈ, ਜਮਹੂਰੀਅਤ ਆ, ਲੋਕਤੰਤਰ ਮਰ ਗਿਆ ਕਿਤੇ ਜਾਂ ਖਤਮ ਹੋਣ ਦੀ ਕਗਾਰ ਤੇ ਆ, ਸ਼ਾਇਦ ਅਸੀਂ ਉਸ ਨੂੰ ਵਾਪਸ ਲੈ ਲਈਏ। ਰੰਧਾਵਾ ਜੀ, ਇੱਕ ਤੁਸੀਂ ਹੋਰ ਚੀਜ਼ ਦੇਖੋ, ਮੁਜ਼ੱਫਰਨਗਰ ਸੰਨ 2013 ਚ ਉੱਥੇ ਦੰਗੇ ਹੁੰਦੇ ਆ ਹਿੰਦੂ ਮੁਸਲਿਮ ਦੇ ਵਿੱਚ, ਅੱਜ ਉੱਥੇ ਕਿੱਡਾ ਵੱਡਾ ਭਾਈਚਾਰਾ। ਗੁੜਗਾਉਂ ਦੇ ਵਿੱਚ ਜਿੱਥੇ ਨਮਾਜ਼ ਪੜ੍ਹਨ ਤੋਂ ਮਨਾ ਕਰ ਦਿੱਤਾ ਜਾਂਦਾ, ਹਾਲਾਂਕਿ ਸਰਕਾਰ ਨੇ ਮਨਾ ਨਹੀਂ ਕੀਤਾ, ਉੱਥੇ ਪਾਥੀਆਂ ਸਿੱਟ ਦਿੱਤੀਆਂ ਜਾਂਦੀਆਂ। ਤੇ ਫਿਰ ਇੱਕ ਗੁਰਦੁਆਰੇ ਦੇ ਇੱਕ ਬੜੇ ਭਲੇ ਵਿਅਕਤੀ ਸ਼ੇਰਦਿਲ ਸਿੰਘ ਸਿੱਧੂ ਤੇ ਨਾਲ ਅਕਸ਼ੇ ਕੁਮਾਰ ਹੋਣੀ ਆ ਕੇ ਕਹਿੰਦੇ ਕਿ ਸਾਡੇ ਘਰ ਚ ਜੋ ਗੁਰਦੁਆਰੇ ਦੇ ਦਰਵਾਜ਼ੇ ਤੁਹਾਡੇ ਲਈ ਖੁੱਲੇ ਆ। ਮੇਰਾ ਕਹਿਣ ਦਾ ਮਤਲਬ ਬਹੁਤ ਸਾਰੀਆਂ ਭਾਈਚਾਰਕ ਸਾਂਝਾਂ ਪਾਈਆਂ, ਔਰ ਇਹੀ ਅੰਦੋਲਨ ਮਨੁੱਖੀ ਅਧਿਕਾਰਾਂ ਲਈ ਵੀ ਖੜਿਆ। ਇਹਦੀ ਰਾਜਨੀਤਿਕ ਸਿਆਸੀ ਪਹਿਲੂਆਂ ਤੇ ਆਪਾਂ ਜ਼ਰੂਰ ਜ਼ਿਕਰ ਕਰਾਂਗੇ। ਜੇ ਜਾਂਦੇ ਜਾਂਦੇ ਤੁਸੀਂ ਮੈਨੂੰ ਇਜਾਜ਼ਤ ਦਿਓ, ਇੱਕ ਚੀਜ਼ ਦਾ ਮੈਂ ਹੋਰ ਜ਼ਿਕਰ ਕਰਨਾ ਚਾਹੁੰਦਾ, ਕਿਉਂਕਿ ਇਹ 11 ਮਹੀਨੇ ਤੋਂ ਵੱਧ ਦਾ ਅੰਦੋਲਨ ਚੱਲਦਾ ਤੇ ਮੈਨੂੰ ਸ਼ਹੀਦ ਭਗਤ ਸਿੰਘ ਹੋਣਾ ਦੇ ਚਾਚੇ ਸਰਦਾਰ ਅਜੀਤ ਸਿੰਘ ਹੋਣਾ ਦੀ ਉਹ ਜਿਹੜੀ ਲੜਾਈ ਆ ਉਹ ਵੀ ਯਾਦ ਆ ਜਾਂਦੀ ਹੈ, ਪਗੜੀ ਸੰਭਾਲ ਜੱਟਾ 1907 ਦੇ ਵਿੱਚ। ਬੜੀ ਹੈਰਾਨ ਕਰਨ ਵਾਲੀ ਗੱਲ ਇਹ ਕਿ ਉਸ ਟਾਈਮ ਵੀ ਰੰਧਾਵਾ ਜੀ 3 ਹੀ ਕਾਨੂੰਨ ਆਏ ਸੀ 1907 ਦੇ ਵਿੱਚ। ਬ੍ਰਿਟਿਸ਼ ਸਰਕਾਰ ਲੈ ਕੇ ਆਈ ਸੀ ਅਪਰ ਦੁਆਰੀ ਜਿਹੜੀ ਅਪਰ ਦੁਆਬ ਜਿਹੜੀ ਬਾਹਰੀ ਕਨਾਲ ਆ ਉਹ ਕੱਢੀ ਗਈ ਸੀ। ਲਾਇਲਪੁਰ ਲੈ ਕੇ ਗਏ ਸੀ, ਜਿਹਨੂੰ ਅਸੀਂ ਅੱਜ ਹੁਣ ਪਾਕਿਸਤਾਨ ਦੇ ਵਿੱਚ ਫੈਸਲਾਬਾਦ ਕਹਿੰਦੇ ਆ। ਬਹੁਤ ਸਾਰੇ ਕਿਸਾਨਾਂ ਨੂੰ 20 ਲੱਖ ਏਕੜ ਦੀ ਜ਼ਮੀਨ ਸੀ ਉੱਥੇ ਵਸਾਇਆ ਗਿਆ, ਪਰ ਉਹਨਾਂ ਨੂੰ ਮਾਲਕੀ ਹੱਕ ਨਹੀਂ ਦਿੱਤੇ। ਇਸੇ ਤਰ੍ਹਾਂ ਉਹਨਾਂ ਨੇ ਲੜਾਈ ਛੇੜੀ ਸੀ। ਬਾਅਦ ਦੇ ਵਿੱਚ ਉਹਨਾਂ ਨੂੰ ਜਾ ਕੇ, ਮੈਂ ਮਾਫੀ ਚਾਹੁੰਦਾ, ਥੋੜਾ ਸਮਾਂ ਲੈ ਰਿਹਾ ਕਿਉਂਕਿ ਸੰਦਰਭ ਬਹੁਤ ਜ਼ਰੂਰੀ। ਉਹ 9 ਮਹੀਨੇ ਤੋਂ ਵੱਧ ਅੰਦੋਲਨ ਚੱਲਦਾ ਤੇ ਅਜੀਤ ਸਿੰਘ ਹੁਣਾਂ ਨੂੰ ਤੋਂ ਲਾਲਾ ਲਾਜਪਤ ਰਾਏ ਨੂੰ ਮਾਂਡਲੇ ਜੇਲ੍ਹ ਆ ਜਿਹੜਾ ਹੁਣ ਬਰਮਾ ਚ, ਜਿਹਨੂੰ ਅਸੀਂ ਅੱਜ ਕੱਲ ਮਿਆਂਮਾਰ ਵੀ ਕਹਿ ਦਿੰਦੇ ਆ, ਉੱਥੇ ਬੰਦ ਕੀਤਾ। ਤੇ ਫਾਈਨਲੀ ਜਿਹੜੇ ਅੰਗਰੇਜ਼
ਉਹ ਜਿਹੜੀ ਲੜਾਈ ਹਾਰੇ, ਕਾਨੂੰਨ ਵਾਪਸ ਲਏ ਗਏ ਤੇ ਉਹ ਇੱਕ ਬੜੀ ਵੱਡੀ ਜਿੱਤ ਹੋਈ। ਇੱਕ ਸਦੀ ਦੇ ਬਾਅਦ ਇਸ ਤਰ੍ਹਾਂ ਦੇ ਦੁਬਾਰਾ ਇਹ ਕਾਨੂੰਨ ਬਣਦੇ ਆ ਤੇ ਫਿਰ ਕਿਸਾਨਾਂ ਦੀ ਆਪਾਂ ਗੱਲ ਕਰਦੇ ਆ। ਦੇਖੋ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਇਹ ਬੜੀਆਂ ਕੀਮਤੀ ਜਾਨਾਂ ਵੀ ਬਚਾਈਆਂ ਜਾ ਸਕਦੀਆਂ ਸੀ। ਤੁਸੀਂ ਰੰਧਾਵਾ ਜੀ ਇੱਕ ਚੀਜ਼ ਹੋਰ ਦੇਖੋ, ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਤਾਂ ਇਹ ਗੱਲ ਕਹਿ ਕੇ ਕਿ ਅਸੀਂ ਕਾਨੂੰਨ ਵਾਪਸ ਲੈਣੇ ਆ, ਉਹ ਚੁੱਪਚਾਪ ਆਪਣੇ ਹੋ ਸਕਦਾ ਕੰਮ ਕਾਜ ਚ ਦੁਬਾਰਾ ਰੁੱਝ ਜਾਣ, ਜੀ ਲੇਕਿਨ ਜੀ ਉਹ ਸਾਰੇ ਪੰਜਾਬ ਦੇ ਲੀਡਰ, ਚਾਹੇ ਹਰਜੀਤ ਸਿੰਘ ਗਰੇਵਾਲ ਹੋਣ, ਚਾਹੇ ਸੁਰਜੀਤ ਜੈਨੀ ਹੋਣ, ਚਾਹੇ ਵਿਜੇ ਕੁਮਾਰ ਸਾਂਪਲਾ ਹੋਣ, ਤੇ ਚਾਹੇ ਕੇਂਦਰ ਦੇ ਮੰਤਰੀ ਹੋਣ, ਤੇ ਚਾਹੇ ਵਿਧਾਇਕ ਹੋਣ ਤੇ ਐਮਪੀ ਹੋਣ, ਜਿਨ੍ਹਾਂ ਨੇ ਕਿਸਾਨਾਂ ਨੂੰ ਉਹ ਸਾਰੇ ਨਾਮ ਦਿੱਤੇ ਤੇ ਜਿਨ੍ਹਾਂ ਨੇ ਕਿਹਾ ਕਿ ਕਾਨੂੰਨ ਵਧੀਆ, ਤੁਹਾਡੇ ਕਦੇ ਵਾਪਸ ਨਹੀਂ ਹੋਣੇ, ਹਰ ਤਰ੍ਹਾਂ ਦਾ ਨਾਮ ਕਿਸਾਨਾਂ ਨੂੰ ਮਿਲਿਆ, ਉਹਨਾਂ ਤੇ ਤੁਹਮਤਾਂ ਲੱਗੀਆਂ, ਦੋਸ਼ ਲੱਗੇ, ਅੱਜ ਉਹ ਕਿਹੜੇ ਮੂੰਹ ਨਾਲ ਜਾ ਕੇ ਦੁਬਾਰਾ ਉਹਨਾਂ ਨੂੰ ਫੇਸ ਕਰਨਗੇ? ਇਸ ਤੇ ਦੁਬਾਰਾ ਸਾਨੂੰ ਸੋਚਣ ਦੀ ਜ਼ਰੂਰਤ ਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਕਿ ਇਹ ਇੱਕ ਵੈਲਕਮ ਜਿਹੜਾ ਕਦਮ ਆ, ਇਹ ਬੜਾ ਸਵਾਗਤਯੋਗ ਆ, ਔਰ ਇਹਨੂੰ ਸੰਯੁਕਤ ਕਿਸਾਨ ਮੋਰਚੇ ਨੇ ਆਪਣੀ ਪਹਿਲੀ ਬੈਠਕ ਦੇ ਵਿੱਚ ਹੀ ਉਹਨਾਂ ਨੇ ਇਸ ਦਾ ਵੈਲਕਮ ਕੀਤਾ, ਸਵਾਗਤ ਕੀਤਾ। ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਹਜੇ ਸਾਨੂੰ ਠਰਮੇ ਨਾਲ ਕੰਮ ਲੈਣ ਦੀ ਲੋੜ ਆ, ਹਜੇ ਸੰਯਮ ਰੱਖਣ ਦੀ ਲੋੜ ਆ, ਹਜੇ ਦੇਖਣਾ ਕਿ ਅੱਗੇ ਅੱਗੇ ਹੁੰਦਾ ਕੀ ਹੈ। ਤੁਸੀਂ ਇੱਕ ਗੱਲ ਦਾ ਮੈਂ ਹੋਰ ਸੰਦਰਭ ਦੇ ਦਿੰਦਾ, ਸੁਪਰੀਮ ਕੋਰਟ ਨੇ ਜਨਵਰੀ ਦੇ ਮਹੀਨੇ ਵਿੱਚ ਇਹਨਾਂ ਕਾਨੂੰਨਾਂ ਤੇ ਰੋਕ ਲਾਤੀ ਸੀ। ਉਦੋਂ ਵੀ ਕਿਸਾਨਾਂ ਨੂੰ ਕਿਹਾ ਗਿਆ ਸੀ ਕਿ ਹੁਣ ਤੁਸੀਂ ਖੁਸ਼ ਹੋ, ਕੀ ਤੁਸੀਂ ਘਰ ਵਾਪਸ ਚਲੇ ਜਾਓਗੇ? ਕਿਸਾਨਾਂ ਨੇ ਉਦੋਂ ਵੀ ਕਿਹਾ ਸੀ ਕਿ ਜੇ ਅਸੀਂ ਘਰ ਚਲੇ ਜਾਵਾਂਗੇ ਤੇ ਹੋ ਸਕਦਾ ਜੇ ਸੁਪਰੀਮ ਕੋਰਟ ਦਾ ਇਹ ਫੈਸਲਾ, ਜੇ ਉਹ ਆਰਜ਼ੀ ਰੋਕ ਹਟਾ ਲੈਂਦਾ ਤੇ ਕਾਨੂੰਨ ਜਿਹੜੇ ਆ ਉਹ ਲਾਗੂ ਹੋ ਜਾਂਦੇ, ਤੇ ਫਿਰ ਅਸੀਂ ਐਡਾ ਵੱਡਾ ਅੰਦੋਲਨ ਕਿਸ ਤਰ੍ਹਾਂ ਖੜਾ ਕਰ ਸਕਾਂਗੇ? ਇਹ ਵੀ ਤੁਹਾਨੂੰ ਯਾਦ ਹੋਣਾ। ਸੋ ਇਸ ਕਰਕੇ ਕਿਸਾਨ ਆਪਣਾ ਹਰ ਕਦਮ ਬੜਾ ਫੂਕ ਫੂਕ ਕੇ ਲੈਣਾ ਚਾਹੁੰਦੇ ਆ। ਖੁਸ਼ੀ ਉਹਨਾਂ ਨੂੰ ਜ਼ਰੂਰ ਆ, ਬੜੀ ਵੱਡੀ ਉਹਨਾਂ ਦੀ ਜਿੱਤ ਆ, ਲੇਕਿਨ ਨਾਲ ਦੀ ਨਾਲ ਉਹ ਜਿਹੜਾ ਕਿਤੇ ਭਰੋਸਾ ਗਵਾਚ ਗਿਆ ਸੀ ਪਿਛਲੇ 1 ਸਾਲ ਦੇ ਵਿੱਚ, ਉਹ ਭਰੋਸੇ ਨੂੰ ਵਾਪਸ ਪ੍ਰਾਪਤ ਕਰਨਾ, ਉਹ ਮੈਨੂੰ ਲੱਗਦਾ ਇੱਕ ਬਿਆਨ ਦੇ ਨਾਲ, ਇੱਕ ਐਲਾਨ ਦੇ ਨਾਲ ਨਹੀਂ ਹੋਣਾ, ਉਹਦੇ ਲਈ ਕਈ ਕਦਮ ਲੈਣ ਦੀ ਲੋੜ ਆ। ਜੀ ਰੰਧਾਵਾ ਜੀ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਪਰ ਇੱਕ ਬਹੁਤ ਵੱਡਾ ਸਵਾਲ ਆ ਕਿ ਦੁਨੀਆ ਭਰ ਲਈ ਔਰ ਖਾਸ ਤੌਰ ਤੇ ਸਾਡੇ ਲਈ ਸਿੱਖਾਂ ਲਈ ਇਹ ਬੜਾ ਵੱਡਾ ਮੈਸੇਜ ਆ ਕਿ ਬੜੀ ਵਾਰੀ ਤੁਸੀਂ ਦੇਖੋ, ਦੋਸ਼ ਪ੍ਰਤੀ ਦੋਸ਼ ਤਾਂ ਲੱਗਦੇ ਆ, ਲੇਕਿਨ ਸ਼ਾਂਤਮਈ ਅੰਦੋਲਨ ਦੇ ਉੱਤੇ ਜਿਹੜੀਆਂ ਮੂਵਮੈਂਟਸ ਸ਼ਾਂਤਮਈ ਹੁੰਦੀਆਂ, ਉਹਨਾਂ ਦਾ ਜਿਹੜੀ ਉਹਨਾਂ ਦੀ ਸਟਰੈਂਥ ਆ, ਉਹਨਾਂ ਦੀ ਜਿਹੜੀ ਤਾਕਤ ਆ, ਉਹ ਵੀ ਇੱਕ ਵਾਰੀ ਸਾਹਮਣੇ ਆਈ ਹੈ। ਅਸੀਂ ਗੱਲ ਤੇ ਗੱਲ ਨੂੰ ਪੈਣ ਨੂੰ ਫਿਰਦੇ ਆ, ਪਰ ਕਿਸਾਨੀ ਅੰਦੋਲਨ ਨੇ ਇਹ ਸਾਬਤ ਕਰਤਾ ਹੈ ਕਿ ਜੇਕਰ ਤੁਸੀਂ ਜਬੇ 'ਚ ਰਹਿ ਕੇ, ਡਿਸਪਲਿਨ 'ਚ ਰਹਿ ਕੇ, ਸੰਜਮ 'ਚ ਰਹਿ ਕੇ ਮੂਵਮੈਂਟ ਅੱਗੇ ਵਧਾਉਂਦੇ ਹੋ, ਕਿਉਂਕਿ ਮੋੜ ਬੜੇ ਪੁੱਠੇ ਆਏ। ਜੇਕਰ ਤੁਸੀਂ ਸਾਰਾ ਇਹਦਾ ਇਤਿਹਾਸ ਸਾਲ ਦਾ ਫਰੋਲੋਗੇ ਤਾਂ ਬੜੇ ਮੌਕੇ ਸੀ ਜਦੋਂ ਇੱਕ ਦੂਜੇ ਦੇ ਗਲ ਪਿਆ ਜਾ ਸਕਦਾ ਸੀ, ਔਰ ਕਿਸਾਨ ਜਥੇਬੰਦੀਆਂ ਦੀ ਕੋਸ਼ਿਸ਼ ਰਹੀ। ਔਰ ਪਹਿਲੀ ਵਾਰੀ ਮੈਨੂੰ ਲੱਗਦਾ ਕਿ ਸਮੂਹਿਕ ਤੌਰ ਤੇ ਪੰਜਾਬੀਆਂ ਨੇ, ਸਿੱਖਾਂ ਨੇ ਤੇ ਸਾਰਿਆਂ ਨੇ ਇਹ ਕੋਸ਼ਿਸ਼ ਕੀਤੀ ਕਿ ਇਹਦੇ ਵਿੱਚ ਕਿਧਰੇ ਹਿੰਸਾ ਨਾ ਆਵੇ, ਗਲਤੀ ਨਾ ਹੋਵੇ। ਮੂਵਮੈਂਟ 'ਚ ਬਹੁਤ ਸਾਰੇ ਐਸੇ ਅੰਸ਼ ਬੜੇ, ਉਹਦੇ ਵਿੱਚ ਖੁਦ ਮੁਖਤਾਰੀ ਦੀਆਂ ਵੀ ਗੱਲਾਂ ਹੋਈਆਂ, ਉਹਦੇ ਵਿੱਚ ਹਰੇਕ ਨੇ, ਜਿਹੜੇ ਲੋਕ ਬਾਹਰ ਬੈਠੇ ਸੀ, ਉਹਨਾਂ ਨੇ ਆਪਣਾ ਰੋਲ ਜਾਂ ਕੱਦ ਵਧਾਉਣ ਦੀ ਕੋਸ਼ਿਸ਼ ਵੀ ਕੀਤੀ। ਪਰ ਮੇਰਾ ਖਿਆਲ ਆ ਇਹ ਸਦਕੇ ਜਾਣ ਨੂੰ ਜੀ ਕਰਦਾ ਇਹਨਾਂ ਕਿਸਾਨ ਜਥੇਬੰਦੀਆਂ ਦੀ ਇਕਮੁੱਠਤਾ ਤੇ। ਥੋੜੇ ਮਤਭੇਦ ਤਾਂ ਉੱਭਰਦੇ ਰਹੇ, ਇਹਨਾਂ ਨੇ ਕੋਈ ਵੀ ਚੋਰ ਮੋਰੀ ਨਹੀਂ ਛੱਡੀ ਜਿਹਦੇ ਰਾਹੀਂ ਕੋਈ ਪੋਲੀਟੀਕਲ ਮੂਵ ਅੱਗੇ ਵੱਧ ਸਕੇ, ਜਿਹਦੇ ਨਾਲ ਕੋਈ ਹੋਰ ਹੋਸ਼ਾ ਬੰਦਾ ਫਾਇਦਾ ਚੱਕ ਸਕੇ। 26 ਜਨਵਰੀ ਵਾਲੇ ਮਾਮਲੇ ਨੂੰ ਛੱਡ ਕੇ ਬਾਕੀ ਸਭ ਇੱਕ ਤਰ੍ਹਾਂ ਨਾਲ ਇਸ ਤਾਕਤ ਦਾ ਹੀ ਅੰਜਾਮ ਹੈ ਕਿ ਪ੍ਰਧਾਨ ਮੰਤਰੀ ਨੂੰ ਮਜਬੂਰ ਹੋਣਾ ਪਿਆ। ਅਗਲੀ ਗੱਲ ਕਿ ਬਹੁਤ ਸਾਰੇ ਇਸ ਮਾਮਲੇ ਦੇ ਵਿੱਚ ਜਿਹੜੇ ਪਰਚੇ ਹੋਏ ਆ ਉਹ ਰੱਦ ਹੋਣੇ ਚਾਹੀਦੇ ਸੀ, ਜਿਹੜੇ ਲੋਕ ਮਾਰੇ ਗਏ ਉਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਸੀਗਾ। ਬਾਕੀ ਟੇਬਲ ਤੇ ਜਾ ਕੇ ਗੱਲ ਹੋਣੀ ਸੀ। ਮੇਰੇ ਖਿਆਲ ਤੁਸੀਂ ਕੁਝ ਕਹਿਣਾ ਚਾਹੁੰਦੇ ਜੀ? ਬਸ ਮੈਂ ਇੱਕ ਹੀ ਗੱਲ ਹੋਰ ਜੋੜਨਾ ਚਾਹੂੰਗਾ। ਇਹਦੇ ਵਿੱਚ ਇੱਕ ਮਾਮਲਾ ਜਿਹੜਾ 3 ਅਕਤੂਬਰ ਨੂੰ ਲਖੀਮਪੁਰ ਖੀਰੀ ਦੇ ਵਿੱਚ ਜਿਹੜੀ ਘਟਨਾ ਹੁੰਦੀ ਆ, ਔਰ ਅੱਜ ਤੱਕ ਕਿਸਾਨਾਂ ਦੀ ਮੰਗ ਇਹ ਵੀ ਹੈ ਕਿ ਜਿਹੜੇ ਗ੍ਰਹਿ ਰਾਜ ਮੰਤਰੀ ਹੈ ਅਜੇ ਕੁਮਾਰ ਮਿਸ਼ਰਾ, ਉਹਨਾਂ ਦੀ ਬਰਖਾਸਤਗੀ ਨੂੰ ਲੈ ਕੇ, ਕਿਉਂਕਿ ਉਹਨਾਂ ਦਾ ਜਿਹੜਾ ਲੜਕਾ ਉਸ ਦੇ ਵਿੱਚ ਦੋਸ਼ੀ, ਜਿਹੜਾ ਉਸ ਦੇ ਉੱਤੇ ਦੋਸ਼ ਲੱਗੇ ਨੇ, ਇਸ ਟਾਈਮ ਜੇਲ੍ਹ 'ਚ ਆ, ਉਹਨਾਂ ਨੂੰ ਬਰਖਾਸਤ ਕਰਨ ਦੀ ਵੀ ਇੱਕ ਬੜੀ ਵੱਡੀ ਮੰਗ ਆ। ਆਉਣ ਵਾਲੇ ਦਿਨਾਂ 'ਚ ਇਹ ਵੀ ਮੰਗ ਰਹੇਗੀ ਤੇ ਦੇਖਦੇ ਆ ਪ੍ਰਧਾਨ ਮੰਤਰੀ ਸਾਹਿਬ ਕੀ ਉਹਨਾਂ ਨੂੰ ਆਪਣੇ ਕੈਬਨਿਟ 'ਚੋਂ ਬਾਹਰ ਦਾ ਰਸਤਾ ਦਿਖਾਉਂਦੇ। ਸੋ ਇਹ ਵੀ ਰਹੇਗਾ ਜੀ। ਰੰਧਾਵਾ ਜੀ। ਹਾਂ, ਜੇ ਚੰਗਾ ਹੁੰਦਾ ਵੀ ਕੱਲ ਇਹ ਵੀ ਨਾਲ ਖੜੇ ਖਲੋਤੇ ਕਹਿ ਦਿੰਦੇ, ਪਰ ਇੱਕ ਗੱਲ ਜ਼ਰੂਰ ਆ, ਜੇ ਤੁਸੀਂ ਉਹਨਾਂ ਦੇ ਨਜ਼ਰੀਏ ਤੋਂ ਦੇਖੋਗੇ, ਜਿਹੜੇ ਦੂਜੇ ਪਰਲੇ ਬੰਨੇ ਖੜੇ ਆ, ਕਿਸਾਨੀ ਦੇ ਪਰਲੇ ਬੰਨੇ ਪ੍ਰਧਾਨ ਮੰਤਰੀ ਤੇ ਉਹਨਾਂ ਦੀ ਪਾਰਟੀ, ਉਹਨਾਂ ਲਈ ਤਾਂ ਸਭ ਕੁਝ ਉਹੀ ਹੈ, ਤੇ ਉਹ ਆਪਣਿਆਂ ਦਾ ਮਨੋਬਲ ਕਿਉਂ ਤੋੜਨਗੇ? ਇਹਨੂੰ ਜੇ ਤੁਸੀਂ ਦੂਜੇ ਬੰਨੇ ਖਲੋ ਕੇ ਦੇਖੋਗੇ ਤੇ ਮੇਰੇ ਖਿਆਲ ਇੰਝ ਹੀ ਹੈ ਕਿ ਉਹਨਾਂ ਨੇ ਆਪਣੀ ਜਿੱਤ ਦਾ ਪਰਚਮ ਲਹਿਰਾਇਆ ਕਿ ਮੈਂ ਦੇਖੋ ਜੀ ਰੱਦ ਕਰਤੇ। ਉਹ ਕਹਿੰਦੇ ਜੀ ਤੁਸੀਂ ਆਰਡੀਨੈਂਸ ਲੈ ਆਉਂਦੇ ਕੈਬਨਿਟ 'ਚ, ਫਿਰ ਤਾਂ ਕੈਬਨਿਟ ਦਾ ਫੈਸਲਾ ਹੁੰਦਾ, ਫਿਰ ਮੋਦੀ ਜੀ ਦਾ ਨਹੀਂ ਹੁੰਦਾ। ਸੋ ਪ੍ਰਧਾਨ ਮੰਤਰੀ ਨੇ ਮੈਂ ਹੂੰ ਨਾ ਵਾਲੀ ਗੱਲ ਦੁਹਰਾਈ ਆ। ਚਲੋ ਚੰਗੀ ਗੱਲ ਆ, ਜੇ ਤੁਸੀਂ ਇਸ ਲਹਿਜੇ ਦੇ ਵਿੱਚ ਵੀ ਇਹ ਕੀਤਾ ਤੇ ਚੰਗਾ ਹੈ।
ਤੇ ਜਿੱਤ ਤਾਂ ਦੇਖੋ ਉਸ ਦਬਾਅ ਦੀ ਹੋਈ ਹੈ, ਜਿਹੜਾ ਰੈਗੂਲਰ ਵਧਿਆ ਹੋਇਆ ਸੀ, ਕਿਸਾਨਾਂ ਦੀ ਹਿੰਮਤ ਦੀ ਹੋਈ ਹੈ। ਜਿਨ੍ਹਾਂ ਨੇ ਹਾੜ ਸਿਆਲ ਉੱਥੇ ਕੱਢੇ ਨੇ, ਉਹਨਾਂ ਸਾਰੇ ਲੋਕਾਂ ਦੇ ਜਿਨ੍ਹਾਂ ਦੇ ਘਰਾਂ ਦੇ ਜੀ ਚਲੇ ਗਏ, ਜਿੱਤ ਉਹਨਾਂ ਦੀ ਹੈ। ਜਿੱਤ ਉਸ ਜਜ਼ਬੇ ਦੀ ਜਿਹੜਾ ਸਦੀ ਤੋਂ ਤੁਰਿਆ ਆਉਂਦਾ, ਦਹਾਕਿਆਂ ਤੋਂ ਚੱਲਿਆ ਆਉਂਦਾ। ਮੈਂ ਅੱਗੇ ਵਧਾਂ, ਆਪਾਂ ਸਿਆਸਤ ਵੱਲ ਮੁੜਦੇ ਹਾਂ। ਮੈਨੂੰ ਇੱਕ ਥੋੜੀ ਜਿਹੀ ਗੱਲ ਸਮਝਾਇਓ, ਪਹਿਲਾਂ ਕਾਂਗਰਸ ਪੋਲਿਟਿਕਸ ਗੱਲ ਕਰ ਲਈਏ। ਬਈ ਹਰੀਸ਼ ਚੌਧਰੀ ਜਿਵੇਂ ਮਤਲਬ ਪੰਜਾਬ ਦੇ ਮੁੱਖ ਲੀਡਰ ਉਹੀ ਨੇ, ਉਹ ਜ਼ਿਲ੍ਹਿਆਂ ਦੇ ਵਿੱਚ ਅੱਜ ਕੱਲ੍ਹ ਉਹ ਮੀਟਿੰਗਾਂ ਕਰਦੇ ਫਿਰਦੇ ਆ, ਲੋਕਾਂ ਦੇ ਮਸਲੇ ਉਹ ਸੁਲਝਾਉਂਦੇ ਆ, MLA ਲੜ ਪੈਂਦੇ ਉਹਨਾਂ ਨੂੰ ਉਹ ਮਨਾਉਂਦੇ ਆ, ਵਰਕਰਾਂ ਨੂੰ ਜਾ ਕੇ ਉਹ ਐਡਰੈਸ ਕਰਦੇ ਆ, ਪੰਜਾਬ ਦੀ ਸਿਆਸਤ ਕਾਂਗਰਸ ਦੀ ਉਹਨੂੰ ਉਹ ਪਰਿਭਾਸ਼ਿਤ ਕਰਦੇ ਆ ਕਿ ਦੇਖੋ ਜੀ ਅਸੀਂ ਤਾਂ 2 ਸਾਲ ਪਹਿਲਾਂ ਅਮਰਿੰਦਰ ਸਿੰਘ ਨੂੰ ਲਾਉਣ ਦਾ ਫੈਸਲਾ ਕਰ ਲਿਆ ਸੀ, ਕੋਵਿਡ ਕਰਕੇ ਨਹੀਂ ਹੋਇਆ। ਫਿਰ ਉਹ ਕਹਿਣਗੇ ਜੀ ਕਲੈਕਟਿਵ ਲੀਡਰਸ਼ਿਪ ਆਊਗੀ, ਕੋਈ ਚਿਹਰਾ ਵੱਡਾ ਨਹੀਂ, ਕੋਈ ਛੋਟਾ ਨਹੀਂ, ਕੋਈ ਸਿੱਧੂ ਨਹੀਂ, ਕੋਈ ਚੰਨੀ ਨਹੀਂ। ਤੇ ਫਿਰ ਮੈਨੂੰ ਇੰਝ ਲੱਗਦਾ ਵੀ ਹਰੀਸ਼ ਚੌਧਰੀ ਨੂੰ ਹੀ ਇਹਨਾਂ ਨੂੰ ਅੱਗੇ ਵਧਾ ਲੈਣਾ ਚਾਹੀਦਾ ਬਤੌਰ ਮੁੱਖ ਮੰਤਰੀ। ਮਾਮਲਾ ਤਾਂ ਭਾਰਾ, ਅਗਲੇ ਦਿਨਾਂ 'ਚ ਲੜਾਈ ਤਾਂ ਗਹਿਗਾ 'ਚ ਹੋਣ ਵਾਲੀ ਆ। ਅਜੇ ਤੱਕ ਤਾਂ ਸੌਖੀ ਸੀ, ਅਮਰਿੰਦਰ ਸਿੰਘ ਦੇ ਖਿਲਾਫ ਸੀ, ਉਹਨੂੰ ਲਾ ਲਿਆ। ਅਗਲੀ ਲੜਾਈ ਹੁਣ ਚੋਣਾਂ ਦੀ ਆ, ਜਿੱਥੇ ਹਰ ਇੱਕ MLA ਨੂੰ ਲੜਨਾ ਪੈਣਾ। MLA ਕੈਂਡੀਡੇਟ ਹੋਊਗਾ ਤੇ ਕੈਂਡੀਡੇਟ ਵਰਸਸ ਕੈਂਡੀਡੇਟ, ਉਹ ਭਾਵੇਂ ਆਪ ਦਾ ਹੋਵੇ, ਅਮਰਿੰਦਰ ਦਾ ਹੋਵੇ, ਅਕਾਲੀਆਂ ਦਾ ਹੋਵੇ, ਲੜਨਾ ਤਾਂ ਧਰਾਤਲ ਤੇ ਪੈਣਾ। ਕੀ ਕਹਿੰਦੇ ਹੋ? ਬਿਲਕੁਲ ਤੁਹਾਡੀ ਗੱਲ ਠੀਕ ਹੈ। ਦਰਅਸਲ ਰੰਧਾਵਾ ਜੀ, ਜਦੋਂ ਤੋਂ ਨਵਜੋਤ ਸਿੰਘ ਸਿੱਧੂ, ਕੈਪਟਨ ਅਮਰਿੰਦਰ ਸਿੰਘ ਤੇ ਹੁਣ ਚਰਨਜੀਤ ਸਿੰਘ ਚੰਨੀ ਜਿਹੜੇ ਮੁੱਖ ਮੰਤਰੀ ਆ, ਤੁਸੀਂ ਦੇਖੋ ਰੋਜ਼ ਇਸ ਤਰ੍ਹਾਂ ਹੁੰਦਾ ਸੀ ਜਿਵੇਂ ਕੋਈ ਨਾਟਕ ਹੋ ਰਿਹਾ ਹੋਵੇ। ਕਦੇ ਕੋਈ ਸਟੇਟਮੈਂਟ ਆ ਜਾਂਦੀ ਸੀ, ਕਦੇ ਲੜ ਪੈਂਦੇ ਸੀ, ਮਨ ਮੁਟਾਵ ਹੋ ਜਾਂਦੇ ਸੀ, ਮਤਭੇਦ ਹੋ ਜਾਂਦੇ ਸੀ। ਤੇ ਪਹਿਲਾਂ ਹਰੀਸ਼ ਰਾਵਤ ਨੂੰ ਤੇ ਹੁਣ ਹਰੀਸ਼ ਚੌਧਰੀ ਨੂੰ। ਦਰਅਸਲ ਗੱਲ ਇਹ ਆ ਕਿ ਉਹਨਾਂ ਨੂੰ ਲੱਗਦਾ ਕਿ ਹਜੇ ਵੀ ਜਿਹੜੇ ਰਿਸ਼ਤੇ ਆ ਉਹ ਇੰਨੇ ਸੁਖਾਵੇਂ ਨਹੀਂ ਹੋਏ। ਕਿਸੇ ਵਕਤ ਵੀ ਕਿਸੇ ਵੀ ਟਿੱਪਣੀ ਤੇ, ਕਿਸੇ ਦੀ ਸਟੇਟਮੈਂਟ ਤੇ ਇਹ ਜਿਹੜੇ ਰਿਸ਼ਤੇ ਨੇ ਫਿਰ ਉਸੇ ਤਰ੍ਹਾਂ ਆਪਸ ਦੇ ਵਿੱਚ ਮਤਭੇਦ ਪੈਦਾ ਕਰ ਸਕਦੇ ਨੇ। ਚੋਣਾਂ ਦਾ ਸਮਾਂ, ਆਪਸ ਦੇ ਵਿੱਚ ਇਸ ਤਰ੍ਹਾਂ ਦੇ ਮਤਭੇਦ ਹੋਣੇ ਹੁਣ ਨੁਕਸਾਨਦੇਹ ਹੋ ਸਕਦਾ ਇਸੇ ਪਾਰਟੀ ਨੂੰ। ਸੋ ਇਸ ਕਰਕੇ ਆਮ ਤੌਰ ਤੇ ਆਪਾਂ ਤੁਸੀਂ ਦੇਖੋ, ਅਗਰ ਪਿਛੋਕੜ ਤੇ ਆਪਾਂ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਕਦੇ ਵੀ ਜਿਹੜੇ AICC ਦੇ ਇੰਚਾਰਜ ਹੁੰਦੇ ਆ ਪੰਜਾਬ ਮਾਮਲਿਆਂ ਦੇ, ਉਹਨਾਂ ਨੂੰ ਇੰਨੀ ਪਹਿਲ ਜਾਂ ਤਰਜੀਹ ਨਹੀਂ ਦਿੱਤੀ ਜਾਂਦੀ, ਇੰਨੀ ਇੰਪੋਰਟੈਂਸ ਨਹੀਂ ਦਿੱਤੀ ਜਾਂਦੀ। ਉਹ ਦਿੱਲੀ ਬੈਠ ਕੇ 1-2 ਵਾਰੀ ਆ ਜਾਂਦੇ ਨੇ, ਲੇਕਿਨ ਹੁਣ ਲਗਾਤਾਰ ਪ੍ਰੈਸ ਕਾਨਫਰੰਸਿਸ ਦੇ ਵਿੱਚ ਬੈਠਣਾ, ਮੈਨੂੰ ਲੱਗਦਾ ਉਹਨਾਂ ਨੂੰ ਕਿਸੇ ਤਰ੍ਹਾਂ ਦੀਆਂ ਇਨਸਟਰਕਸ਼ਨਸ ਨੇ। ਉਹਨਾਂ ਨੂੰ ਕਿਹਾ ਗਿਆ ਕਿ ਦੇਖੋ ਜੇ ਕੋਈ ਪ੍ਰੈਸ ਕਾਨਫਰੰਸ ਦੇ ਵਿੱਚ ਜਾਂ ਕੋਈ ਇਹੋ ਜਿਹੀ ਗੱਲਬਾਤ ਕਰਦਾ ਤੇ ਮੌਕੇ ਤੇ ਹੀ ਸੰਭਾਲ ਲਓ ਤਾਂ ਕਿ ਉਹਦਾ ਬਾਅਦ ਦੇ ਵਿੱਚ ਖਿਲਾਰਾ ਨਾ ਪਵੇ। ਸੋ ਇਸੇ ਕਰਕੇ ਉਹ ਲਗਾਤਾਰ ਰਹਿੰਦੇ ਵੀ ਨੇ ਤੇ ਮੈਨੂੰ ਇਹ ਵੀ ਲੱਗਦਾ ਕਿ ਪਿਛਲੇ ਬੈਕਡੋਰ ਰਾਹੀਂ ਉਹ ਲਗਾਤਾਰ ਇਹਨਾਂ ਨੂੰ ਸਮਝਾਉਂਦੇ ਵੀ ਰਹਿੰਦੇ ਹੋਣਗੇ ਕਿ ਆਪਸ ਦੇ ਵਿੱਚ ਰਲ ਕੇ ਚੱਲੋਗੇ ਤੇ ਹੋ ਸਕਦਾ ਤੁਹਾਡੀ ਸੰਭਾਵਨਾ ਦੁਬਾਰਾ ਸਰਕਾਰ ਬਣਾਉਣ ਦੀ ਬਣ ਜਾਏ। ਜੇ ਇਸੇ ਤਰ੍ਹਾਂ ਲੜਦੇ ਰਹੋਗੇ ਤੇ ਖਿੰਡਰ ਪੁੰਡਰ ਜਾਓਗੇ ਤੇ ਮੁੜ ਕੇ ਤੁਹਾਡੀ ਸਰਕਾਰ ਨਹੀਂ ਬਣਨੀ। ਸੋ ਇਹ ਗੱਲ ਆ। ਜਿੱਥੇ ਤੱਕ ਉਹਨਾਂ ਨੇ ਕੱਲ ਉਹਨਾਂ ਨੂੰ ਇਹ ਵੀ ਸਵਾਲ ਹੋਇਆ ਕਿ ਹੁਣ ਮੁੱਖ ਮੰਤਰੀ, ਤੁਹਾਨੂੰ ਯਾਦ ਹੋਣਾ ਹਰੀਸ਼ ਰਾਵਤ ਹੋਣਾ ਨੇ ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਹੋਣਾ ਦਾ ਨਾਮ ਲੈ ਦਿੱਤਾ ਸੀ। ਜਿਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਬਣੇ ਤੇ ਫਿਰ ਦੁਬਾਰਾ ਸਵਾਲ ਪੁੱਛਿਆ, ਉਹ ਕਹਿੰਦੇ ਸਾਡੇ ਦੋਨੇ ਚਿਹਰੇ ਹੋਣਗੇ। ਹੁਣ ਅੱਜ ਦੀ ਤਰੀਕ 'ਚ ਹਰੀਸ਼ ਚੌਧਰੀ ਕਹਿੰਦੇ ਆ ਉਹ ਤਾਂ ਜੀ ਹਾਈ ਕਮਾਂਡ ਜਾਂ ਵਿਧਾਇਕ ਫੈਸਲਾ ਲੈਣਗੇ ਕਿ ਕਿਹਨੂੰ ਅਸੀਂ ਬਣਾਉਣੇ ਆ, ਕਿਉਂਕਿ ਸਮੇਂ ਦੀ ਜਿਹੜੀ ਨਜ਼ਾਕਤ ਆ, ਰੋਜ਼ ਹਾਲਾਤ ਬਦਲ ਰਹੇ ਨੇ। ਇਸ ਨੂੰ ਸਮਝਦੇ ਹੋਇਆ ਮੈਨੂੰ ਲੱਗਦਾ ਕਿ ਉਹਨਾਂ ਨੂੰ ਇੱਕ ਤਰ੍ਹਾਂ ਦਾ ਵਾਚ ਡੌਗ ਦੇ ਰੂਪ ਦੇ ਵਿੱਚ ਰੱਖਿਆ ਗਿਆ। ਉਹਨਾਂ ਨੂੰ ਲੱਗਦਾ ਕਿ ਨਜ਼ਰ ਬਣਾ ਕੇ ਰੱਖਿਓ, ਕਿਤੇ ਕੋਈ ਇਸ ਤਰ੍ਹਾਂ ਦੀ ਗਲਤੀ ਨਾ ਕਰ ਜਾਣ। ਇਸੇ ਕਰਕੇ ਉਹ ਲਗਾਤਾਰ ਜੁੜੇ ਰਹਿੰਦੇ ਨੇ ਨਾਲ, ਇਹਨਾਂ ਦੇ ਨਾਲ ਪਰਛਾਵੇਂ ਦੀ ਤਰ੍ਹਾਂ ਰਹਿੰਦੇ ਨੇ ਜੀ। ਪਰ ਮਨਪ੍ਰੀਤ ਜੀ, ਲੋਕ ਏਡੇ ਕਮਲੇ ਥੋੜੀ ਹੁੰਦੇ ਆ ਬਈ ਆ ਪਿੱਛੇ ਕੈਪਟਨ ਨੂੰ ਲਾਇਆ ਤੇ ਦਿੱਲੀੋਂ ਵਫਦ ਆ ਗਿਆ ਇਹਨਾਂ ਦਾ ਡੈਲੀਗੇਸ਼ਨ, ਜਿਹੜੇ ਅਬਜ਼ਰਵਰ ਹੁੰਦੇ ਆ, ਤੇ ਹਰੀਸ਼ ਚੌਧਰੀ ਉਹਨਾਂ 'ਚ ਸੀਗੇ। ਉਦੋਂ MLAs ਦੀ ਰਾਏ ਲਈ ਗਈ। MLAs ਨੇ ਪਹਿਲਾਂ ਜਾਖੜ ਦਾ ਨਾਂ ਲਿਆ, ਫਿਰ ਰੰਧਾਵੇ ਦਾ ਲਿਆ, ਤੇ ਚੰਨੀ ਸਾਹਿਬ ਦਾ ਤੇ ਨਾਂ ਮੇਰੇ ਖਿਆਲ ਇਹਨਾਂ ਨੇ ਵਿੱਚ ਰੱਖਿਆ ਹੀ ਨਹੀਂ ਸੀ ਲਿਸਟ ਵਿੱਚ। ਉਹਦੇ ਵਿੱਚ ਪ੍ਰਨੀਤ ਕੌਰ ਔਰ ਸਿੱਧੂ ਦਾ ਰੱਖਿਆ ਹੋਇਆ ਸੀਗਾ। ਚਾਰਾਂ ਦੇ ਨਾਵਾਂ ਚੋਂ MLA ਦੀ ਪਸੰਦ ਤਾਂ ਉਹ ਸੀ। ਲੋਕ ਇਹਨਾਂ ਦਾ ਸਮਝਦੀ ਹੈ ਕਿ ਜੇ MLA ਦੀ ਸੁਣਨੀ ਹੁੰਦੀ ਤਾਂ ਸ਼ਾਇਦ ਰੰਧਾਵਾ ਜਾਂ ਜਾਖੜ ਬਣਦੇ। ਤੇ ਹੁਣ ਕਿਹੜੇ MLA ਜਿਨ੍ਹਾਂ ਦੀ ਸੁਣੋਗੇ? ਫੈਸਲਾ ਤਾਂ ਤੁਸੀਂ ਆਪ ਹੀ ਕਰਨਾ। ਤੇ 1-2 ਮਹੀਨੇ ਪਹਿਲਾਂ ਦੀ ਕਵਾਇਦ ਕਰਕੇ ਤੇ ਹੁਣ ਉਹਨੂੰ ਹੀ ਝਟਾਈ ਜਾਂਦੇ ਹੋ। ਇਹ ਵੀ ਇੱਕ ਪਹਿਲੂ ਆ। ਅੱਜ ਸਿੱਧੂ ਫ੍ਰੀਬੀਜ਼ ਦੇ ਖਿਲਾਫ, ਰਾਤਾਂ ਰਹਿਤਾਂ ਦੀ ਰਾਜਨੀਤੀ ਦੇ ਸਮਾਨਾਂਤਰਿਕ ਰੋਡ ਮੈਪ ਦੇਣ ਦੀ ਵੀ ਗੱਲ ਕਰ ਰਿਹਾ ਕਿ ਪੰਜਾਬ ਨੂੰ ਬਚਾਇਆ ਕਿਵੇਂ ਜਾ ਸਕਦਾ। ਮੈਂ ਕੁਝ ਅੱਜ ਫਿਰ ਐਲਾਨ ਕਰੂੰਗਾ। ਸਿੱਧੂ ਸਾਹਿਬ ਅਜੇ ਆਪਣੀ ਜਿਹੜੀ ਸਿਆਸਤ ਆ ਉਹਦੇ ਤੇ ਸਪਸ਼ਟ ਨਹੀਂ ਹੋ ਪਾ ਰਹੇ ਕਿ ਉਹ ਉਸ ਧਿਰ ਵਾਲਾ ਜਿਹੜੀ ਰਾਤਾਂ ਰਿਆਤਾਂ ਦੀ ਰਾਜਨੀਤੀ ਅਜੇ ਵੀ ਕਰ ਰਹੀ, ਕਿਉਂਕਿ ਉਹਨਾਂ ਦੀ ਪਾਰਟੀ ਵੀ ਕਰ ਰਹੀ ਆ, ਜਾਂ ਉਹ ਕਿਸੇ ਹੋਰ ਧਿਰ ਵਾਲਾ। ਜੇ ਅਜੇ ਇਹ ਵੀ ਚੀਜ਼ਾਂ ਕਲੀਅਰ ਹੋਣੀਆਂ, ਪਹਿਲਾਂ ਚੌਧਰੀ ਵਾਲਾ MLAs ਵੱਲੋਂ ਮੁੱਖ ਮੰਤਰੀ ਚੁਣਨ ਵਾਲਾ, ਤੇ ਫਿਰ ਇਹ ਤੇ ਟਿੱਪਣੀ ਦੇ ਦਿਓ।
ਤੁਹਾਨੂੰ ਯਾਦ ਆ ਮਨਪ੍ਰੀਤ ਸਿੰਘ ਬਾਦਲ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ਸੀ ਤੇ ਉਹ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਉਹ ਆਪ ਖੁਦ ਵਿੱਤ ਮੰਤਰੀ ਸੀ, ਫਾਈਨੈਂਸ ਮਿਨਿਸਟਰ ਸੀ, ਉਹ ਵੱਖਰੇ ਕਿਉਂ ਹੋਏ? ਉਹਨਾਂ ਨੇ ਸਬਸਿਡੀਜ਼ ਦਾ ਬੜਾ ਵਿਰੋਧ ਕੀਤਾ ਸੀ। ਉਹ ਕਹਿੰਦੇ ਖਜ਼ਾਨੇ ਖਾਲੀ ਹੋ ਜਾਂਦੇ, ਜਿੰਨੀ ਕੁ ਉਹਨਾਂ ਨੂੰ ਉਸ ਵੇਲੇ ਖਜ਼ਾਨੇ ਦੀ ਬਤੌਰ ਵਿੱਤ ਮੰਤਰੀ ਸਮਝ ਸੀ, ਉਹਨਾਂ ਨੂੰ ਲੈ ਕੇ ਉਹਨਾਂ ਦੇ ਬਿਆਨ ਆਉਂਦੇ ਸੀ। ਮਤਭੇਦ ਆਪਸ ਚ ਹੋ ਕੇ ਤੇ ਮੁੜ ਕੇ ਉਹ ਬਾਹਰ ਹੋ ਗਏ ਤੇ ਕਾਂਗਰਸ ਚ ਆ ਗਈ। ਇਸੇ ਤਰ੍ਹਾਂ ਦਾ ਲਗਭਗ ਤੁਸੀਂ ਦੇਖੋ ਨਵਜੋਤ ਸਿੰਘ ਸਿੱਧੂ ਰੋਜ਼ ਆਪਣੀ ਸਰਕਾਰ ਨੂੰ ਵਿੱਤ ਮਾਮਲਿਆਂ ਤੇ ਘੇਰਦੇ ਆ। ਉਹ ਕਹਿੰਦੇ ਆ ਠੀਕ ਆ, ਤੁਸੀਂ ਰਿਆਇਤਾਂ ਦਿਓ, ਸਬਸਿਡੀਆਂ ਦਿਓ, ਲੋਕਾਂ ਦੀ ਭਲਾਈ ਕਰੋ, ਲੇਕਿਨ ਇਹ ਵੀ ਦੇਖੋ ਕਿ ਤੁਹਾਡੇ ਕੋਲ ਖਜ਼ਾਨੇ 'ਚ ਪੈਸਾ ਆਉਣਾ ਕਿੱਥੋਂ ਆ, ਇਸ ਦਾ ਵੀ ਪੂਰੀ ਤਰ੍ਹਾਂ ਪ੍ਰਬੰਧ ਕਰੋ, ਕਿਉਂਕਿ ਸਾਡੇ ਤੇ 3 ਲੱਖ ਕਰੋੜ ਦਾ ਪਹਿਲਾਂ ਹੀ ਕਰਜ਼ਾ ਖੜਾ ਹੋਇਆ। ਦੇਖੋ, ਇੱਕ ਹੁੰਦਾ ਸਰਕਾਰ ਨੂੰ ਚੇਤਾਉਣਾ, ਉਹਨਾਂ ਨੂੰ ਚੇਤਾਵਨੀ ਦੇਣੀ ਜਾਂ ਉਹਨਾਂ ਨੂੰ ਦੱਸਣਾ ਕਿ ਲੀਹ ਤੇ ਰਹੋ, ਲੀਹ ਤੋਂ ਪਾਸੇ ਨਾ ਹੋ। ਜੇ ਲੀਹ ਤੋਂ ਪਾਸੇ ਹੋ ਗਏ ਤਾਂ ਹੋ ਸਕਦਾ ਸਾਨੂੰ ਆਰਥਿਕ ਮਾਮਲੇ ਕਿਤੇ ਸਾਡੇ ਤੋਂ ਸਾਡੇ ਤੋਂ ਸੰਭਾਲੇ ਨਾ ਜਾਣ। ਲੇਕਿਨ ਇਸ ਦੇ ਵਿੱਚ ਜੇ ਤੁਸੀਂ ਆਪਣੀ ਸਰਕਾਰ ਨੂੰ ਲਪੇਟ ਕੇ ਕਿਸੇ ਤਰ੍ਹਾਂ ਉਹਨਾਂ ਨੂੰ ਸਿਆਸੀ ਨੁਕਸਾਨ ਪਹੁੰਚਾਉਂਦੇ ਹੋ ਤਾਂ ਫਿਰ ਮੈਨੂੰ ਲੱਗਦਾ ਉਹ ਪਾਰਟੀ ਨੂੰ ਵੀ ਨਹੀਂ ਮਨਜ਼ੂਰ ਹੁੰਦਾ। ਸੋ ਇਹ ਗੱਲ ਤੁਹਾਡੀ ਬਿਲਕੁਲ ਜਾਇਜ਼ ਆ। ਕਿਤੇ ਨਾ ਕਿਤੇ ਕਨਫਿਊਜ਼ਨ ਵੀ ਆ ਉਹਨਾਂ ਨੂੰ, ਕੀ ਉਹਨਾਂ ਨੇ ਇਹ ਗੱਲਾਂ ਜਨਤਕ ਤੌਰ ਤੇ ਕਰਨੀਆਂ, ਕੀ ਗੱਲਾਂ ਉਹਨਾਂ ਨੇ ਇਹ ਟਵੀਟ ਕਰਕੇ ਕਰਨੀਆਂ, ਜਾਂ ਉਹਨਾਂ ਨੇ ਅੰਦਰ ਬੈਠ ਕੇ ਵੀ ਚਰਨਜੀਤ ਸਿੰਘ ਚੰਨੀ ਹੋਣਾ ਦੇ ਨਾਲ ਇੱਕ ਮੁਲਾਕਾਤ ਕਰਕੇ ਵੀ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਦੱਸ ਸਕਦੇ ਆ, ਤਾਂ ਕਿ ਜਿਹੜੇ ਉਹਨਾਂ ਦੇ ਮੁੱਖ ਮੰਤਰੀ ਆ ਉਹ ਹਮੇਸ਼ਾ ਲੀਹ ਤੇ ਰਹਿਣ ਤੇ ਜਿਹੜੇ ਖਜ਼ਾਨੇ ਆ ਉਸ ਦਾ ਵੀ ਪੂਰਾ ਧਿਆਨ ਰੱਖਿਆ ਜਾਵੇ। ਇਹ ਮੁਲਾਕਾਤਾਂ ਅੰਦਰ ਖਾਤੇ ਕਿਉਂ ਨਹੀਂ ਹੋ ਰਹੀਆਂ? ਕਿਉਂ ਉਹਨਾਂ ਨੂੰ ਹਰ ਵਾਰੀ ਆ ਕੇ ਜਨਤਕ ਰੂਪ ਦੇ ਵਿੱਚ ਕਹਿਣਾ ਚਾਹੁੰਦਾ? ਮੈਨੂੰ ਲੱਗਦਾ ਇਹਨਾਂ ਦੇ ਵਿੱਚ ਸ਼ਾਇਦ ਹੋ ਸਕਦਾ ਉਹਨਾਂ ਦੇ 2 ਨਿਸ਼ਾਨੇ ਹੋਣ ਕਿ ਕੱਲ ਨੂੰ ਜੇ ਮਤਭੇਦ ਜ਼ਿਆਦਾ ਵੀ ਹੋ ਜਾਂਦੇ ਆ ਤੇ ਲੋਕਾਂ ਦੇ ਵਿੱਚ ਉਹ ਜਾ ਕੇ ਕਹਿ ਸਕਣ ਕਿ ਦੇਖੋ ਜੀ, ਮੈਂ ਤਾਂ ਮੁੱਦੇ ਉਠਾਉਂਦਾ ਰਿਹਾ, ਮੇਰੀ ਕਿਸੇ ਨੇ ਸੁਣੀ ਨਹੀਂ। ਤੇ ਦੂਸਰੇ ਪਾਸੇ ਜੇ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਪ੍ਰਯੋਗ ਸਫਲ ਵੀ ਹੋ ਜੇ ਜਾਂ ਸਰਕਾਰ ਵਾਕਿਆ ਲੀਹ ਤੇ ਰਹਿ ਕੇ ਆਪਣੇ ਜਿਹੜੇ ਵਿੱਤੀ ਮਾਮਲੇ ਆ ਉਹ ਸੁਲਝਾ ਕੇ ਜਾਂ ਠੀਕ ਕਰ ਲੇ, ਤੇ ਫਿਰ ਵੀ ਇਹ ਬੱਲੇ ਬੱਲੇ ਖੱਟਣਾ ਚਾਹੁੰਦੇ। ਸੋ ਦੋਨੇ ਨਿਸ਼ਾਨੇ ਆ, ਦੋਨੇ ਇਹਨਾਂ ਦੀਆਂ ਗੱਲਾਂ ਜਿਹੜੀਆਂ ਉਹ ਸਹੀ ਹੋ ਸਕਦੀਆਂ। ਜੀ ਰੰਧਾਵਾ ਜੀ। ਮਨਪ੍ਰੀਤ ਜੀ, ਸਿੱਧੂ ਸਾਹਿਬ ਦੀ ਇੱਕ ਗੱਲ ਤੇ ਮੰਨੀ ਗਈ, ਪਟਵਾਲੀਆ ਸਾਹਿਬ ਜਸਟਿਸ ਕੁਲਦੀਪ ਸਿੰਘ ਦੇ ਪੁੱਤਰ ਨੂੰ ਐਡਵੋਕੇਟ ਜਨਰਲ ਤਾਂ ਲਾਤਾ। ਹੁਣ ਵੇਖਣ ਵਾਲੀ ਗੱਲ ਆ ਕਿ ਮਹੀਨਾ ਕੁ ਬਚਿਆ ਤੇ ਇਸ 1 ਮਹੀਨੇ ਦੇ ਵਿੱਚ ਉਹ ਕੀ ਕਰ ਪਾਉਣਗੇ, ਜਾਂ 1 ਮਹੀਨੇ 'ਚ ਕਿੰਨੇ ਕੁ ਕੇਸ ਪੰਜਾਬ ਸਰਕਾਰ ਦੇ ਅਦਾਲਤਾਂ ਦੇ ਵਿੱਚ ਲੱਗਣਗੇ। ਇਹ ਬੇਅਦਬੀ ਮਾਮਲੇ, ਨਸ਼ੇ ਮਾਮਲੇ ਤੇ ਹੋਰ ਬਹੁਤ ਸਾਰੇ ਇੰਨੇ ਪਚੀਦਾ ਹੋ ਗਿਆ ਕਿ ਇਹਨਾਂ ਨੂੰ ਤੁਸੀਂ ਕਿਸੇ ਸਮਾਂ ਸੀਮਾ 'ਚ ਹੱਲ ਕਰ ਲਓ ਜਾਂ ਕੋਈ ਵਿਅਕਤੀ ਵਿਸ਼ੇਸ਼ ਇੰਨੀ ਫੁਰਤੀ ਦਿਖਾ ਜੇ, ਸੰਭਵ ਨਹੀਂ। ਕੀ ਕਹਿੰਦੇ ਹੋ, ਕੁਝ ਹੋ ਸਕਦਾ, ਜਾਂ ਸਿੱਧੂ ਦੀ ਜਿੱਤ ਦੇ ਰੂਪ 'ਚ ਇਹਨੂੰ ਜਸ਼ਨ ਲੈ ਲਿਆ ਜਾਵੇ ਕਾਂਗਰਸੀਆਂ ਵੱਲੋਂ? ਸਤੰਬਰ ਦੇ ਮਹੀਨੇ ਦੇ ਵਿੱਚ ਰੰਧਾਵਾ ਜੀ ਤੁਸੀਂ ਦੇਖੋ ਕਿ ਉਦੋਂ ਜਦੋਂ ਇੱਕ ਬਦਲਾਅ ਆਉਂਦਾ, ਉਸੇ ਵਕਤ ਐਡਵੋਕੇਟ ਜਨਰਲ ਅਤੁਲ ਨੰਦਾ ਅਸਤੀਫਾ ਦੇ ਦਿੰਦੇ ਨੇ। ਉਸ ਤੋਂ ਲੈ ਕੇ ਅੱਜ ਨਵੰਬਰ ਅਸੀਂ 20 ਚ ਬੈਠੇ ਆ ਹਜੇ ਤੱਕ, ਔਰ ਉਸ ਤੋਂ ਪਹਿਲਾਂ 1 ਨਵੰਬਰ ਨੂੰ ਅਸਤੀਫਾ ਹੋ ਜਾਂਦਾ ਏਪੀਐਸ ਦਿਓਲ ਹੋਣਾ ਦਾ ਬਤੌਰ ਏਜੀ, ਤੇ ਅੱਜ ਵੀ 10 ਦਿਨ ਹੋ ਗਏ ਆ ਇਸ ਨੂੰ ਜਦੋਂ ਤੋਂ ਉਹਨਾਂ ਨੇ ਦੁਬਾਰਾ ਇਹ ਜਿਹੜੇ ਨਵੇਂ ਏਜੀ ਸਾਹਿਬ ਆ ਡੀਐਸ ਪਟਵਾਲੀਆ ਸਾਹਿਬ ਲਾਏ ਨੇ। ਕਹਿਣ ਦਾ ਮਤਲਬ ਆ ਕਿ ਜਿਹੜੀ ਇੱਛਾ ਸ਼ਕਤੀ ਆ ਜਾਂ ਜਿਹੜੀ ਪੋਲੀਟੀਕਲ ਵਿਲ ਆ ਉਹਦੇ ਵਿੱਚ ਫੈਸਲੇ ਲੈਣੇ ਤੇ ਜਿੰਨਾ ਸਮਾਂ ਬਚਿਆ ਜਲਦੀ ਫੈਸਲੇ ਲੈਣੇ, ਇਹ ਬੜੇ ਅਤਿਅੰਤ ਜ਼ਰੂਰੀ ਹੁੰਦੇ ਨੇ। ਲੇਕਿਨ ਕਿਸੇ ਨਾ ਕਿਸੇ ਕਰਕੇ ਇਹਨਾਂ 'ਚ ਡਿਲੇ ਹੋ ਰਿਹਾ ਸੀ। ਇਹ ਗੱਲ ਠੀਕ ਆ, ਡੀਐਸ ਪਟਵਾਲੀਆ ਸਾਹਿਬ ਬੜੇ ਯੰਗ ਨੇ, ਹਜੇ ਤੱਕ ਜਿੰਨੇ ਐਡਵੋਕੇਟ ਜਨਰਲ ਲਾਏ ਗਏ ਨੇ ਉਹਨਾਂ ਦੇ ਵਿੱਚੋਂ ਬੜੇ ਨੌਜਵਾਨ ਨੇ। ਕਿਸ ਤਰ੍ਹਾਂ ਆਪਣੇ ਜਿਹੜੇ ਕਨਸਟੀਟਿਊਸ਼ਨ ਸੰਵਿਧਾਨਿਕ ਮਾਮਲਿਆਂ ਦੇ ਮਾਹਰ ਨੇ, ਸਰਵਿਸ ਮੈਟਰਸ ਹੋਣ, ਕ੍ਰਿਮੀਨਲ ਮੈਟਰਸ ਹੋਣ, ਇਹਨਾਂ ਦੀ ਵੀ ਮਹਾਰਤ। ਔਰ ਖਾਸ ਤੌਰ ਤੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ, ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਸੀ ਕੁਲਦੀਪ ਸਿੰਘ, ਉਹਨਾਂ ਦੇ ਸਪੁੱਤਰ ਨੇ, ਇਹਨਾਂ ਦੇ ਭਰਾ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਪਰਮਜੀਤ ਸਿੰਘ ਪਟਵਾਲੀਆ, ਉਹ ਵੀ ਰਹੇ ਨੇ। ਸੋ ਇਹ ਸਾਰੀ ਫੈਮਿਲੀ ਇੱਕ ਬੜੇ ਕਾਨੂੰਨੀ ਮਾਹਰਾਂ ਦੀ, ਜੱਜਾਂ ਦੀ, ਵਕੀਲਾਂ ਦੀ ਆਉਂਦੀ ਆ। ਲੇਕਿਨ ਗੱਲ ਇਹ ਹੈ, ਜਿਸ ਤਰ੍ਹਾਂ ਤੁਸੀਂ ਬਿਲਕੁਲ ਆਪ ਹੀ ਸਪਸ਼ਟ ਕਰਤਾ, ਸਾਡੇ ਕੋਲ ਸਮਾਂ ਨਹੀਂ ਹੈ। ਸਮਾਂ 1 ਮਹੀਨੇ ਦਾ ਸਮਾਂ ਰਹਿ ਗਿਆ। ਇਹਦੇ ਵਿੱਚ ਨਵੇਂ ਐਡਵੋਕੇਟ ਜਨਰਲ ਕੀ ਪਹਿਲਾਂ ਕੇਸਾਂ ਨੂੰ ਸਮਝਣਗੇ, ਪੜ੍ਹਨਗੇ, ਉਹਨਾਂ ਦੀ ਸਲਾਹੀਅਤ ਤੇ, ਉਹਨਾਂ ਦੀ ਕਾਬਲੀਅਤ ਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ। ਲੇਕਿਨ ਨਾਲ ਦੀ ਨਾਲ ਆਪਾਂ ਨੂੰ ਵੀ ਪਤਾ ਕਿ ਅਦਾਲਤਾਂ ਦਾ ਜਿਹੜਾ ਕੰਮ ਆ ਉਹ ਇੰਨੀ ਕਾਹਲੀ 'ਚ ਨਹੀਂ ਹੁੰਦਾ, ਉਹਨਾਂ ਨੂੰ ਸਮਾਂ ਦੇਣ ਦੀ ਲੋੜ ਹੁੰਦੀ ਹੈ। ਜਿੰਨੀ ਦੇਰ ਤੱਕ ਉਹ ਸਾਰੇ ਕੇਸਾਂ ਨੂੰ ਸਮਝਣਗੇ ਨਹੀਂ, ਉਹਨਾਂ ਨੂੰ ਪੜ੍ਹਨਗੇ ਨਹੀਂ, ਤੇ ਫਿਰ ਉਹਨਾਂ ਨੂੰ ਜਾ ਕੇ ਉਹਨਾਂ ਦੀ ਨੁਮਾਇੰਦਗੀ ਕਰਨੀ, ਉਹਨਾਂ ਨੂੰ ਰਿਪਰੈਜ਼ੈਂਟ ਕਰਨਾ ਇੰਨਾ ਸੌਖਾ ਨਹੀਂ ਹੋਏਗਾ। ਸੋ ਦੇਖਦੇ ਹਾਂ, ਸਾਡੀਆਂ ਜਿਸ ਤਰ੍ਹਾਂ ਕਹਿੰਦੇ ਅੰਗਰੇਜ਼ੀ 'ਚ ਫਿੰਗਰਸ ਕ੍ਰੋਸਡ ਆ, ਅਸੀਂ ਚਾਹੁੰਦੇ ਹਾਂ ਕਿ ਇਹਨਾਂ ਮਸਲਿਆਂ ਦਾ ਕੋਈ ਹੱਲ ਨਿਕਲੇ। ਲੇਕਿਨ ਜਿਹੜੇ ਤੁਸੀਂ ਲਗਾਏ ਗਏ ਨੇ ਨਵੇਂ ਏਜੀ ਸਾਹਿਬ, ਉਹਨਾਂ ਨੂੰ ਵੀ ਥੋੜਾ ਵਕਤ ਚਾਹੀਦਾ। ਸੋ ਸਾਰਿਆਂ ਦੀ ਨਜ਼ਰ ਉਹਨਾਂ ਤੇ ਰਹੇਗੀ। ਜੀ ਵਧਾਈ ਤਾਂ ਦੇ ਹੀ ਸਕਦੇ ਆ, ਜਸਟਿਸ ਕੁਲਦੀਪ ਸਿੰਘ ਦੇ ਕੀਤੇ ਫੈਸਲੇ ਔਰ ਕੰਮ ਬੋਲਦੇ ਨੇ। ਮੇਰਾ ਖਿਆਲ ਅਜੇ ਵੀ ਉਹ ਕੇਸ ਪੈਂਡਿੰਗ ਨੇ, ਜਿਹੜਾ ਟ੍ਰਿਬਿਊਨਲ ਜਿਹਨੂੰ ਉਹ ਹੈਡ ਕਰਦੇ ਸੀ,
ਚੰਡੀਗੜ੍ਹ ਦੇ ਆਸ-ਪਾਸ ਜ਼ੋਰਾਵਰਾਂ ਵੱਲੋਂ, ਰਸੂਖਦਾਰਾਂ ਵੱਲੋਂ ਦੱਬੀਆਂ ਜ਼ਮੀਨਾਂ ਜਿਹ ਬਿਊਰੋਕਰੇਟ ਪੋਲੀਟੀਸ਼ੀਅਨ ਨੰਗੇ ਤਾਂ ਕੀਤੇ ਸੀ ਅਜੇ ਉਹਨਾਂ ਨੇ, ਪਰ ਸਜ਼ਾਵਾਂ ਤੱਕ ਨਹੀਂ ਪਹੁੰਚੇ। ਪ੍ਰੋਸੀਡਿੰਗਸ ਦੇ ਵਿੱਚ ਅੱਗੇ ਗੱਲ ਵਧੀ ਨਹੀਂ ਸੀ। ਮੈਂ ਹੁਣ ਆਖਿਰ 'ਚ 2 ਸਵਾਲ ਇਕੱਠੇ ਕਰਕੇ ਗੱਲ ਖਤਮ ਕਰ ਦੂੰ। ਪਹਿਲਾ, ਆਮ ਆਦਮੀ ਪਾਰਟੀ ਕੋਲ ਹੁਣ ਪੰਜਾਬ 'ਚ ਦਿਖਾਉਣ ਲਈ ਸਿਰਫ ਦਿੱਲੀ ਮਾਡਲ ਰਹਿ ਗਿਆ। ਅੱਗੇ ਉਹ ਅਕਾਲੀਆਂ ਨੂੰ ਪਾਣੀ ਪੀ ਕੋਸਦੇ ਸੀ ਵੀ ਇਹ ਜਿਹੜੇ ਕਾਨੂੰਨ ਆਏ ਨੇ ਖੇਤੀ ਦੇ, ਇਹਦੇ 'ਚ ਤੁਸੀਂ ਭਾਈਵਾਲ ਸੀ, ਤੁਸੀਂ ਤਾਂ ਕਿਸਾਨ ਵਿਰੋਧੀ ਹੋ। ਉਹ ਦਿੱਲੀ ਦੇ ਵਿੱਚ ਕਿਸਾਨਾਂ ਲਈ ਕੀਤੀਆਂ ਗੱਲਾਂ ਦਾ ਵੀ ਜ਼ਿਕਰ ਕਰਦੇ ਰਹੇ ਆ, ਤੇ ਪੰਜਾਬ ਦੇ ਵਿੱਚ ਉਹ ਕਾਂਗਰਸ ਨੂੰ ਵੀ ਹੁਣ ਉਹਨਾਂ ਕੋਲ ਸਿਰਫ ਦਿੱਲੀ ਮਾਡਲ ਦਿਖਾਉਣ ਨੂੰ ਰਹਿ ਗਿਆ। ਰਾਜਨੀਤੀ ਸੁੰਗੜ ਜਾਂਦੀ ਹੈ ਜਦੋਂ ਮੁੱਦੇ ਘਟ ਜਾਂਦੇ ਆ। ਤੇ ਦੂਜੀ ਗੱਲ, ਹਾਂ, ਜਿਹੜਾ ਉਹ ਮਾਡਲ ਦੀ ਗੱਲ ਕਰਦੇ ਆ, ਉਹਨਾਂ ਦਾ ਸ਼ਰੀਕ ਸਿੱਧੂ ਬੈਠਾ, ਉਹਨਾਂ ਨਾਲੋਂ ਵੱਡੀ ਲੀਕ ਖਿੱਚੀ ਫਿਰਦਾ ਵੀ ਮੈਂ ਪੰਜਾਬ ਮਾਡਲ ਦੇਣਾ। ਤੇ ਦੂਜਾ ਅਹਿਮ ਸਵਾਲ ਆ ਕਿ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਨੂੰ ਕਿਉਂ ਕਹਿਣਾ ਪੈ ਗਿਆ ਵੀ ਅਸੀਂ ਬੀਜੇਪੀ ਦੇ ਨਾਲ ਨਹੀਂ ਜਾਣਾ। ਦੇਖੋ, ਕੀਤਾ ਤੇ ਇਹਨਾਂ ਨੇ ਹੈਗਾ, ਪਰ ਕੀਤਾ ਬਹੁਤ ਮਾੜਾ, ਤੇ ਇਹਦੇ 'ਚ ਸਾਡੇ ਇੰਨੇ ਲੋਕਾਂ ਦਾ ਨੁਕਸਾਨ ਹੋ ਗਿਆ। ਸੁਣਿਆ ਸੁਖਬੀਰ ਸਿੰਘ ਬਾਦਲ ਤੇ ਬਾਕੀ ਅਕਾਲੀ ਦਲ ਵੱਲੋਂ ਵੀ ਕੁਝ ਹੱਦ ਤੱਕ ਰਾਬਤਾ ਕਰਨ ਦੀ ਵਧਾਈ ਦੇਣ ਲਈ ਕੋਸ਼ਿਸ਼ ਹੋਈ ਆ। ਨਾ ਪ੍ਰਧਾਨ ਮੰਤਰੀ ਨਾ ਗ੍ਰਹਿ ਮੰਤਰੀ ਸ਼ਾਇਦ ਲਾਈਨ ਤੇ ਆ ਸਕਿਆ। ਖਿਝ ਇਸ ਗੱਲ ਦੀ ਵੀ ਹੋ ਸਕਦੀ ਆ ਇਹ ਰਿਸ਼ਤੇ ਹੁਣ ਓਨੇ ਸੌਖਿਆਂ ਸਿਰੇ ਨਹੀਂ ਚੜ੍ਹਨੇ, ਕਿਉਂਕਿ ਉੱਪਰਲੇ ਸਮਝੀ ਜਾਂਦੇ ਆ ਕਿ ਸਾਨੂੰ ਔਖੇ ਵੇਲੇ ਠਿੱਠ ਕਰ ਗਏ, ਲੇਕਿਨ ਔਖੇ ਤਾਂ ਉਹ ਸੀ, ਇੱਧਰ ਇਹ ਵੀ ਬੜੇ ਔਖੇ ਸੀ। ਮਜਬੂਰੀਆਂ ਤੇ ਰਿਸ਼ਤੇ ਕਿੰਨੀ ਦੇਰ ਨਿਭਦੇ ਹੁੰਦੇ। ਦੋਨਾਂ ਤੇ ਟਿੱਪਣੀ। ਰੰਧਾਵਾ ਜੀ, ਆਮ ਆਦਮੀ ਪਾਰਟੀ ਅਕਸਰ ਉੱਥੇ ਸਿੰਘੂ ਬਾਰਡਰ ਤੇ ਜਾ ਕੇ, ਅਰਵਿੰਦ ਕੇਜਰੀਵਾਲ ਵੀ ਗਏ ਨੇ ਉੱਥੇ, ਘੱਟੋ ਘੱਟ 2-3 ਵਾਰੀ ਤਾਂ ਉਹ ਜ਼ਰੂਰ ਮੈਨੂੰ ਪਤਾ, ਜਿੱਥੇ ਜਾ ਕੇ ਉਹਨਾਂ ਨੇ ਕਿਸਾਨਾਂ ਦੇ ਨਾਲ ਹਮਦਰਦੀ ਆਪਣੀ ਜਤਾਈ ਆ। ਦੇਖੋ, ਆਮ ਆਦਮੀ ਪਾਰਟੀ ਦਾ ਜਿਹੜਾ ਦਿੱਲੀ ਮਾਡਲ ਆ, ਉਹ ਪਿਛਲੇ ਦਿਨਾਂ ਦੇ ਵਿੱਚ ਜੋ ਧੱਜੀਆਂ ਸੁਪਰੀਮ ਕੋਰਟ ਨੇ ਉਡਾਈਆਂ, ਮੈਨੂੰ ਨਹੀਂ ਲੱਗਦਾ ਕੋਈ ਪੋਲੀਟੀਕਲ ਪਾਰਟੀ ਉਹਨੇ ਇਫੈਕਟਿਵਲੀ ਜਾਂ ਉਹਨੇ ਉਸ ਢੰਗ ਨਾਲ ਉਹਨਾਂ ਨੂੰ, ਜਿਹੜਾ ਉਹਨਾਂ ਦਾ ਦਿੱਲੀ ਮਾਡਲ ਆ, ਉਸ ਨੂੰ ਉਸ ਤੇ ਸਵਾਲ ਜਾਂ ਉਸ ਤੇ ਪ੍ਰਸ਼ਨ ਖੜੇ ਕਰ ਸਕੇ ਹੋਵੇ। ਮੈਂ ਗੱਲ ਕਰਦਾ ਸਟਬਲ ਬਰਨਿੰਗ ਦੀ, ਪਰਾਲੀ ਸਾੜਨ ਦੀ। ਜਿਸ ਤਰ੍ਹਾਂ ਨਾਲ ਉਹ ਲਗਾਤਾਰ ਇਹ ਗੱਲ ਕਹਿ ਰਹੇ ਸੀ ਕਿ ਜਿਹੜਾ ਪੰਜਾਬ ਦਾ ਧੂੰਆਂ ਉਹਨਾਂ ਦੇ ਦਿੱਲੀ ਨੂੰ ਪ੍ਰਦੂਸ਼ਣ ਉਹਦੇ ਵਿੱਚ ਪੈਦਾ ਕਰ ਰਿਹਾ, ਉਹ ਸਾਰਾ ਕੁਝ ਹੁਣ ਆਪਣੇ ਸਾਹਮਣੇ ਆ। ਇਸੇ ਕਰਕੇ ਹੁਣ ਦਿੱਲੀ ਮਾਡਲ ਵੇਚਣਾ ਪੰਜਾਬ ਦੇ ਵਿੱਚ ਇੰਨਾ ਸੌਖਾ ਨਹੀਂ ਹੋਊਗਾ, ਤੇ ਜਿਹੜੇ ਮੁੱਖ ਮੰਤਰੀ ਦੇ ਇਸ਼ੂ ਨਾਲ ਉਹ ਪਹਿਲਾਂ ਜੂਝ ਹੀ ਰਹੇ ਆ। ਜਿੱਥੋਂ ਤੱਕ ਤੁਸੀਂ ਅਕਾਲੀ ਦਲ ਦੀ ਗੱਲ ਕਰਦੇ ਹੋ, ਸ਼੍ਰੋਮਣੀ ਅਕਾਲੀ ਦਲ ਦੀ, ਦੇਖੋ ਇਹ ਗੱਲ ਪਹਿਲਾਂ ਵੀ ਸੀ ਕਿ ਸ਼ਾਇਦ ਕਿਤੇ ਚੋਰ ਮੋਰੀ ਰਾਹੀਂ ਜਾਂ ਕਿਸੇ ਬੈਕਡੋਰ ਰਾਹੀਂ ਉਹੀ ਜਿਹੜੇ ਭਾਜਪਾ ਦੇ ਨੇਤਾਵਾਂ ਨੂੰ ਜਾਂ ਸਿਆਸੀ ਜਿਹੜੇ ਲੀਡਰ ਉਹਨਾਂ ਦੇ ਨਾਲ ਰਹੇ ਕਿਸੇ ਗੱਠਜੋੜ ਵੇਲੇ, ਉਹਨਾਂ ਨੂੰ ਦੁਬਾਰਾ ਸ਼ਾਮਲ ਕੀਤਾ ਜਾ ਰਿਹਾ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਦਾਲ ਕਿਤੇ ਗਲਦੀ ਹੋਈ ਨਜ਼ਰ ਨਹੀਂ ਆਈ। ਅਨਿਲ ਜੋਸ਼ੀ ਜਿਹੜੇ ਆ ਉਹਦੀ ਇੱਕ ਉਦਾਹਰਨ ਨੇ। ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਨੇਤਾ ਸੀ, ਜਦੋਂ ਉਹ ਕਿਸਾਨਾਂ ਦੇ ਇਸ ਅੰਦੋਲਨ ਦੇ ਹੱਕ 'ਚ ਬੋਲ ਰਹੇ ਸੀ ਤੇ ਉਹਨਾਂ ਨੂੰ ਵੀ ਲੱਗਦਾ ਸੀ ਕਿ ਸ਼੍ਰੋਮਣੀ ਦਲ ਅਕਾਲੀ ਦਲ ਇੱਕ ਰਾਹ ਰਹਿ ਗਿਆ, ਅਸੀਂ ਵਾਪਸ ਜਾ ਸਕਦੇ ਹਾਂ। ਲੇਕਿਨ ਕਿੰਤੂ ਪਰੰਤੂ ਉੱਠਣੇ ਸ਼ੁਰੂ ਹੋ ਗਏ ਸੀ ਕਿ ਕੀ ਤੁਸੀਂ ਇਸ ਤਰ੍ਹਾਂ ਇਹਨਾਂ ਨਾਲ ਦੁਬਾਰਾ ਗੱਠਜੋੜ ਕਰੋਗੇ? ਫਿਰ ਇਹ ਬੰਦ ਹੋਈ। ਦੂਸਰੀ ਗੱਲ, ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਹੁਣ ਜਦੋਂ ਤੋਂ ਕਾਨੂੰਨ ਵਾਪਸ ਲੈਣ ਦੀ ਗੱਲ ਹੋਈ ਹੈ ਕਿ ਦੁਬਾਰਾ ਗੱਠਜੋੜ ਹੋ ਜਾਊਗਾ, ਸ਼੍ਰੋਮਣੀ ਅਕਾਲੀ ਦਲ ਨੂੰ ਪਤਾ ਕਿ ਜੇ ਦੁਬਾਰਾ ਜਾਵਾਂਗੇ ਇਹ ਉਸੇ ਤਰ੍ਹਾਂ ਹੀ ਹੋਊਗਾ ਜਦੋਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਕਿ ਹੁਣ ਮੈਂ ਭਾਜਪਾ ਨਾਲ ਗੱਠਜੋੜ ਕਰਾਂਗਾ, ਤੇ ਲੋਕ ਕਹਿੰਦੇ ਨੇ ਕਿ ਤੁਸੀਂ ਤਾਂ ਪਹਿਲਾਂ ਹੀ ਉਹਨਾਂ ਨਾਲ ਰਲ ਕੇ ਚੱਲ ਰਹੇ ਸੀ। ਤੇ ਫਿਰ ਇਸੇ ਤਰ੍ਹਾਂ ਸਵਾਲ ਇਹਨਾਂ ਤੇ ਵੀ ਖੜੇ ਹੋਣਗੇ ਕਿ ਤੁਸੀਂ ਤਾਂ ਪਹਿਲਾਂ ਹੀ ਉਹਨਾਂ ਨਾਲ ਸੀ, ਤੁਸੀਂ ਤਾਂ ਦਿਖਾਵੇ ਲਈ ਉਸ ਗੱਠਜੋੜ ਨੂੰ ਤੋੜਿਆ ਸੀ, ਤੁਸੀਂ ਤਾਂ ਦਿਖਾਵੇ ਲਈ ਕੈਬਨਿਟ ਤੋਂ ਬਾਹਰ ਆਏ ਸੀ। ਸੋ ਇਸ ਕਰਕੇ ਪ੍ਰਸ਼ਨ ਬਹੁਤ ਇਹਨਾਂ ਲਈ ਔਖਾ, ਇੰਨੇ ਸੌਖੇ ਨਹੀਂ। ਔਰ ਇੱਕ ਚੀਜ਼ ਮੈਂ ਇਹ ਦੱਸਦਾ ਕਿ ਇਹ ਕਾਨੂੰਨ ਵਾਪਸ ਹੋਣ ਨਾਲ ਹੋ ਸਕਦਾ ਬਹੁਤ ਸਾਰੀਆਂ ਰਾਜਨੀਤਿਕ ਸਿਆਸੀ ਪਾਰਟੀਆਂ ਦੀ ਜਿਹੜੀ ਰਾਜਨੀਤੀ ਆ ਉਹ ਡਗਮਗਾ ਗਈ, ਉਹ ਡੋਲ ਗਈ, ਉਹਨਾਂ ਨੂੰ ਸਮਝ ਨਹੀਂ ਆ ਰਿਹਾ। ਬਹੁਤ ਸਾਰੀਆਂ ਪਾਰਟੀਆਂ ਚਾਹੁੰਦੀਆਂ ਹੋਣੀਆਂ ਕਿ ਅੰਦੋਲਨ ਲੰਬਾ ਚੱਲੇ ਤਾਂ ਕਿ ਭਾਜਪਾ ਨੂੰ ਕਾਰਨਰ ਕੀਤਾ ਜਾ ਸਕੇ। ਹੁਣ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬਸਾਤ ਕਿਸ ਤਰ੍ਹਾਂ ਵਿਛਦੀ ਆ। ਇਸ ਮੌਕੇ ਤੇ ਪੰਜਾਬ ਦੀ ਰਾਜਨੀਤੀ 'ਚ ਜੇ ਥੋੜਾ ਜਿਹਾ ਕਿਸੇ ਦਾ ਸਾਹ ਸੌਖਾ ਹੋਇਆ ਤੇ ਉਹ ਹੋਇਆ ਕੈਪਟਨ ਅਮਰਿੰਦਰ ਸਿੰਘ ਦਾ। ਕੈਪਟਨ ਅਮਰਿੰਦਰ ਸਿੰਘ ਬੀਜੇਪੀ ਨਾਲ ਸਾਂਝ ਦਾ ਦਾਅਵਾ ਕਰਕੇ ਕਿ ਮੈਂ ਉਹਨਾਂ ਨਾਲ ਗੱਠਜੋੜ ਕਰਾਂਗਾ, ਕਾਰਨਰ ਕਰਤੇ ਗਏ ਸੀ ਲੋਕਾਂ ਨੇ, ਕਾਰਨਰ ਕਰਤੇ ਸੀ ਮਨਾਂ ਚੋਂ। ਅੱਜ ਕੈਪਟਨ ਅਮਰਿੰਦਰ ਸਿੰਘ ਇਹ ਗੱਲ ਕਹਿ ਕੇ ਅੱਗੇ ਵਧਣ ਦੇ ਸਮਰੱਥ ਹੋ ਗਏ ਕਿ ਮੈਂ ਤਾਂ ਕਹਿੰਦਾ ਰਿਹਾ, ਮੈਂ ਮਨਾਉਂਦਾ ਰਿਹਾ, ਅਗਲੇ ਮੰਨ ਗਏ। ਕੈਪਟਨ ਅਮਰਿੰਦਰ ਸਿੰਘ ਨੂੰ ਸਿਆਸੀ ਜ਼ਮੀਨ, ਕਿਉਂਕਿ ਜਦੋਂ ਰਾਜਨੀਤੀ ਖਤਮ ਹੋ ਜਾਂਦੀ ਆ, ਡੁੱਬਦੇ ਨੂੰ ਉਹ ਕਹਿੰਦੇ ਹੁੰਦੇ ਤਿਨਕੇ ਦਾ ਸਹਾਰਾ, ਡੁੱਬਦੇ ਨੂੰ ਮਾੜਾ ਮੋਟਾ ਹੀ ਆਸਰਾ ਮਿਲ ਜੇ, ਤੇ ਇਹ ਇੱਕ ਮਰੀ ਹੋਈ ਰਾਜਨੀਤੀ ਨੂੰ ਸਾਹ ਮਿਲ ਜਾਣਗੇ। ਔਰ ਜੇ ਮੈਂ ਗਲਤ ਨਾ ਹੋਵਾਂ, ਕੈਪਟਨ ਅਮਰਿੰਦਰ ਸਿੰਘ, ਸਰਦਾਰ ਸੁਖਦੇਵ ਸਿੰਘ ਢੀਂਡਸਾ, ਰਵਿੰਦਰ ਸਿੰਘ ਜਿਹੜਾ ਮੈਂ ਜ਼ਿਕਰ ਕਰਦਾ ਰਿਹਾ ਪਹਿਲਾਂ ਵੀ, ਇੱਕ ਵੱਡਾ ਧੜਾ ਬਣਨ ਦੀ ਕੋਸ਼ਿਸ਼ ਹੋਊਗੀ ਜਿਹਦਾ ਸਿੱਧਾ ਨਿਸ਼ਾਨਾ ਅਕਾਲੀਏ ਹੋਣਗੇ। ਕਿਉਂਕਿ ਢੀਂਡਸਾ ਔਰ ਰਵਿੰਦਰ ਸਿੰਘ ਕੋਲ ਜ਼ਮੀਨ ਹੀ ਤਾਂ ਬਚਦੀ ਹੈ ਜੇਕਰ ਉਹ ਅਕਾਲੀਆਂ ਦੇ ਵਿਰੋਧ 'ਚ ਖੜੇ ਹੁੰਦੇ ਆ
ਕੈਪਟਨ ਅਮਰਿੰਦਰ ਸਿੰਘ ਕਾਂਗਰਸ ਤੇ ਹਮਲੇ ਕਰਨਗੇ, ਇੱਕ ਮਲਗੋਬਾ ਜਿਹਾ ਇੱਕ ਉਹ ਵੱਖਰੀ ਤਰ੍ਹਾਂ ਦਾ ਤੁਹਾਨੂੰ ਦ੍ਰਿਸ਼ ਮਿਲੂਗਾ ਰਾਜਨੀਤਿਕ। ਆਪਾਂ ਮਨਪ੍ਰੀਤ ਜੀ ਹੁਣ ਜ਼ਿਆਦਾ ਨਾ ਜਾਈਏ, 30 ਮਿੰਟ ਲੰਘ ਆਏ ਆ, ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਪੰਜਾਬ ਦੀ ਰਾਜਨੀਤੀ 'ਚ ਅਜੀਬ ਕਿਸਮ ਦਾ ਮਲਗੋਬਾ ਦੇਖਣ ਨੂੰ ਮਿਲੂਗਾ। ਕਿਸਾਨ ਜਥੇਬੰਦੀਆਂ ਫੈਸਲਾ ਕਰਨ ਕਿ ਉਹਨਾਂ ਨੇ ਹੁਣ ਇਹ ਲੜਾਈ ਸਿਆਸੀ ਲੜਨੀ ਹੈ, ਜੇ ਲੜਨੀ ਹੈ ਕਿਸ ਰੂਪ 'ਚ ਲੜਨੀ, ਕਿਉਂਕਿ ਸਮਾਂ ਬਹੁਤ ਘੱਟ ਬਚਿਆ। ਬਹੁਤ ਮਿਹਰਬਾਨੀ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।